ਕਾਂਚੀ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, मैं ਤੁਹਾਡਾ ਵਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਅੱਜ ਥਰਸਡੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਪਿਆਰੇ ਦਰਸ਼ਕੋ, ਅੱਜ ਅਸੀਂ ਔਰ ਮੇਰਾ ਹਮੇਸ਼ਾ ਤਰ੍ਹਾਂ ਦੀ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਦੇ। ਥੈਂਕ ਯੂ ਵੈਰੀ ਮਚ ਜੀ। ਪਿਆਰੇ ਦਰਸ਼ਕੋ, ਅੱਜ ਅਸੀਂ ਕ੍ਰਿਸਮਸ 'ਤੇ ਸਪੈਸ਼ਲ ਪ੍ਰੋਗਰਾਮ ਕਰਾਂਗੇ, ਪਰ ਕਰਨ ਤੋਂ ਪਹਿਲਾਂ ਅਸੀਂ ਇੱਕ ਦੋ ਜਿਹੜੀਆਂ ਹੈਗੀਆਂ ਤੁਹਾਨੂੰ ਸੂਚਨਾਵਾਂ ਦੇਣੀਆਂ ਚਾਹੁੰਦੇ ਹਾਂ। ਪਹਿਲੀ ਤਾਂ ਇਹ ਹੈਗੀ ਹੈ ਕਿ ਭਗਤ ਦਾ ਮਸਲਾ ਜਿਹੜਾ ਭਾਰਤ ਦੇ ਵਿੱਚ ਕਿਸਾਨਾਂ ਦੀ ਜਦੋਜਹਿਦ ਚੱਲ ਰਹੀ ਹੈ, ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ ਔਰ ਕੱਲ੍ਹ ਵੀ ਉਹਦੇ 'ਤੇ ਥੋੜ੍ਹਾ ਜਿਹਾ ਬਹਿਸ ਹੋਈ। ਮੈਂ ਆਪ ਖੁਦ ਟੈਲੀਵਿਜ਼ਨ 'ਤੇ ਸੁਣੀ ਔਰ ਅੱਜ ਵੀ ਉਹਦੇ 'ਤੇ ਕੁਛ ਗੱਲਬਾਤਾਂ ਹੋਈਆਂ ਔਰ ਵੈਰੀ ਬਰੀਫਲੀ ਅਸੀਂ ਤੁਹਾਨੂੰ ਸਿਰਫ ਖਬਰ ਹੀ ਦੱਸਣੀ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਨੇ ਕੱਲ੍ਹ ਜਿਹੜੀ ਗੱਲ ਸੀਗੀ, ਗੌਰਮੈਂਟ ਦਾ ਜਿਹੜਾ ਸੀਗਾ ਐਡਵੋਕੇਟ ਵਕੀਲ, ਉਹਨੇ ਇਹ ਗੱਲ ਕਹੀ ਕਿ ਕਿਸਾਨ ਜਿਹੜੇ ਹੈਗੇ ਉਹ ਸੜਕਾਂ ਰੋਕੀ ਬੈਠੇ ਆ। ਤੁਸੀਂ ਜਿਸ ਤਰ੍ਹਾਂ ਸ਼ਾਹੀਨ ਬਾਗ ਖਾਲੀ ਕਰਾਇਆ ਸੀਗਾ, ਇਹਨਾਂ ਦੇ ਕੋਲੋਂ ਸੜਕਾਂ ਖਾਲੀ ਕਰਾਓ। ਔਰ ਮਾਨਯਵਰ ਚੀਫ ਜਸਟਿਸ ਨੇ ਪੁੱਛਿਆ ਵੀ ਕੌਣ ਸੜਕਾਂ ਰੋਕੀ ਬੈਠਾ। ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਹੈ। ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲਾ ਕੋਈ ਤੁਸੀਂ ਰੈਫਰੈਂਸ ਨਹੀਂ ਦੇਣਾ, ਗਾਹਾਂ ਵੀ ਜੋ ਬਹਿਸ ਹੋਵੇ, ਜੋ ਕੁਛ ਵੀ ਹੋਇਆ ਹਿਸਟੋਰੀਕਲ ਕੋਈ ਰੈਫਰੈਂਸ ਨਹੀਂ ਦੇਣਾ, ਸਾਡੇ ਕੋਲ ਟਾਈਮ ਹੈ ਨਹੀਂ ਗਾ। ਦੂਸਰੀ ਗੱਲ ਇਹ ਹੈਗੀ ਆ ਕਿ ਸਾਡੇ ਕੋਲ ਰਿਪੋਰਟ ਇਹ ਆਈ ਹੈਗੀ ਆ ਕਿ ਕਿਸਾਨ ਸੜਕਾਂ ਨਹੀਂ ਰੋਕੀ ਬੈਠੇ, ਬਲਕਿ ਗੌਰਮੈਂਟ ਨੇ ਉਹਨਾਂ ਨੂੰ ਰੋਕਿਆ ਆ ਜੀ। ਹੈ ਜੀ, ਅੰਦਰ ਨਹੀਂ ਜਾਣ ਦਿੱਤਾ। ਹਾਂ, ਰਾਮਲੀਲਾ ਗਰਾਊਂਡ ਦੇ ਵਿੱਚ ਗੌਰਮੈਂਟ ਨੇ ਪੱਥਰ ਲਾ ਕੇ ਮੋਹਰੇ ਤਾਰਾਂ ਲਾ ਕੇ ਮਿਲਟੀ ਖੜੀ ਕਰਕੇ ਗੌਰਮੈਂਟ ਨੇ ਉਹਨਾਂ ਨੂੰ ਰੋਕਿਆ ਆ। ਉਹ ਨਹੀਂ ਰੋਕੇ ਸੜਕਾਂ ਜਿਹੜੀਆਂ ਉਹ ਤੁਸੀਂ ਖੁਦ ਰੋਕੀਆਂ ਆ। ਖੈਰ, ਦੂਸਰੀ ਗੱਲ ਇਹ ਹੈਗੀ, ਅੱਜ ਇਹ ਆਈ ਹੈਗੀ ਆ ਕਿ ਚੀਫ ਜਸਟਿਸ ਨੇ ਇਹ ਕਿਹਾ ਕਿ ਡੈਮੋਸਟ੍ਰੇਸ਼ਨ ਕਰਨਾ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ, ਫੰਡਾਮੈਂਟਲ ਰਾਈਟਸ ਹੈ। ਔਰ ਦਿੱਲੀ ਨੂੰ ਆਉਣਾ ਜਿਹੜਾ ਤੁਸੀਂ ਰੋਕ ਲਾਈ ਆ, ਇਹ ਗੈਰ ਕਾਨੂੰਨੀ ਆ, ਅਗੇਂਸਟ ਦਾ ਕੰਸਟੀਟਿਊਸ਼ਨ ਹੈਗਾ। ਤੁਸੀਂ ਉਹਨਾਂ ਨੂੰ ਦਿੱਲੀ ਆਉਣੋਂ ਰੋਕ ਨਹੀਂ ਸਕਦੇ। ਔਰ ਦੂਸਰੀ ਚੀਜ਼ ਹੈ ਕਿ ਉਹਨਾਂ ਨੇ ਆਰਡਰ ਨਹੀਂ ਕੀਤਾ, ਪਰ ਉਹ ਇਹ ਸੀਗਾ ਵੀ ਕੇਸ ਨਹੀਂ ਚਲਾਇਆ। ਉਹਨਾਂ ਨੇ ਇਹ ਨਹੀਂ ਕਿ ਬੈਰਕਾਂ ਜੋ ਕੁਛ ਲਾਈਆਂ ਆਰਡਰਾਂ ਲਾਈਆਂ ਇਹਨੂੰ ਠਾ ਲਓ, ਪਰ ਉਹਨਾਂ ਨੇ ਆਪਣੇ ਜਿਹੜੇ ਵਿਊ ਸੀਗੇ ਬੜੇ ਖੁੱਲ੍ਹੇ ਹੋ ਕੇ ਦਿੱਤੇ ਕਿ ਇਹ ਲੋਕਾਂ ਦੇ ਫੰਡਾਮੈਂਟਲ ਰਾਈਟਸ ਹੈਗੇ, ਤੁਸੀਂ ਇਹਨਾਂ ਨੂੰ ਬਿਲਕੁਲ ਰੋਕ ਨਹੀਂ ਸਕਦੇ ਔਰ ਇਹ ਕੰਸਟੀਟਿਊਸ਼ਨ ਦੇ ਖਿਲਾਫ ਹੈਗਾ। ਔਰ ਜਿਸਲੇ ਉਹ ਦਿੱਲੀ ਦੇ ਵਿੱਚ ਆ ਕੇ ਕੋਈ ਗੈਰ ਕਾਨੂੰਨੀ ਗੱਲ ਕਰੂਗੇ, ਤੋੜ ਭੰਨ ਕਰੂਗੇ ਔਰ ਜਾਂ ਉਹ ਸੜਕਾਂ ਰੋਕੂਗੇ, ਦੈਨ ਵੀ ਵਿਲ ਇੰਟਰਵੀਨ। ਹੈ ਜੀ, ਦੈਨ ਯੂ ਕੈਨ ਡੂ ਸਮਥਿੰਗ। ਹੈ ਜੀ, ਤੁਸੀਂ ਕੁਛ ਕਹਿਣਾ ਹੈ? ਦੇਖੋ, ਇੱਕ ਤਾਂ ਪਹਿਲੀ ਗੱਲ ਇਹ ਵੀ ਜਿਹੜਾ ਕਿਸਾਨਾਂ ਦਾ ਪੂਰਾ ਸੰਘਰਸ਼ ਹੈਗਾ, ਜਦ ਪੰਜਾਬ ਵਿੱਚ ਵੀ ਤਕਰੀਬਨ 2 ਮਹੀਨੇ ਉਹਨਾਂ ਨੇ ਮੁਜ਼ਾਹਰੇ ਕੀਤੇ ਹੈਗੇ ਆ, ਜੋ ਵੀ ਆਪਣੇ ਪ੍ਰਦਰਸ਼ਨ ਕੀਤਾ ਹੈਗਾ। ਔਰ ਹੁਣ ਜਦੋਂ ਤੋਂ ਪੰਜਾਬ ਤੋਂ ਦਿੱਲੀ ਤੱਕ ਆਏ ਆ, ਹਾਲਾਂਕਿ ਗੌਰਮੈਂਟ ਨੇ ਉੜੀਕੇ ਪਾਏ ਹੈਗੇ ਆ, ਤੇ ਪਰ ਉਹਨਾਂ ਦਾ ਜਿਹੜਾ ਸੰਘਰਸ਼ ਹੈਗਾ ਬੜਾ ਸ਼ਾਂਤਮਈ ਤਰੀਕੇ ਨਾਲ ਹੈਗਾ ਔਰ ਲੱਖਾਂ ਦੀ ਤਾਦਾਦ ਵਿੱਚ ਲੋਕ ਜਿਹੜੇ ਦਿੱਲੀ ਦੇ ਆਲੇ ਦੁਆਲੇ ਇਕੱਠੇ ਹੋਏ ਆ, ਜਿਹੜੇ ਕਿ ਅੜਿੱਕਾ ਤਾਂ ਗੌਰਮੈਂਟ ਹੀ ਡਾਲਦੀ ਆ। ਉਹਨਾਂ ਦਾ ਤਾਂ ਇਹੀ ਸੀਗਾ ਕਿ ਜਾ ਕੇ ਉਹਨਾਂ ਨੇ ਰਾਮਲੀਲਾ ਗਰਾਊਂਡ ਵਿੱਚ ਜਾਂ ਜੰਤਰ ਮੰਤਰ 'ਤੇ ਜਾ ਕੇ ਧਰਨਾ ਦੇਣਾ, ਉੱਥੇ ਮੁਜ਼ਾਹਰਾ ਕਰਨਾ, ਆਪਣੀ ਡਿਮਾਂਡ ਜਿਹੜੀ ਹੈਗੀ ਆ ਉਹ ਗੌਰਮੈਂਟ ਦੇ ਮੂਹਰੇ ਰੱਖਣੀ ਹੈਗੀ ਆ। ਬਿਲਕੁਲ। ਪਰ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਸਾਰਿਆਂ ਨੂੰ ਹੱਕ ਹੈਗਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਪਣਾ ਵਿਰੋਧ ਪ੍ਰਦਰਸ਼ਨ ਕਰ ਸਕਦੇ ਆ, ਵਿਚ ਇਜ਼ ਵੈਰੀ ਗੁੱਡ। ਬਹੁਤ ਵੱਡੀ ਸਟੇਟਮੈਂਟ ਹੈਗੀ ਆ ਜਿਹੜੀ ਸੁਪਰੀਮ ਕੋਰਟ ਨੇ ਦਿੱਤੀ ਆ। ਨਹੀਂ ਤਾਂ ਆਮ ਲੋਕਾਂ 'ਤੇ ਪ੍ਰਭਾਵ ਹੋ ਗਿਆ ਸੀਗਾ ਵੀ ਜਿਹੜੇ ਸੜਕਾਂ ਖਾਲੀ ਹੋਣੀਆਂ ਚਾਹੀਦੀਆਂ ਹੈਗੀਆਂ। ਜੋ ਮੁਜ਼ਾਹਰੇ ਤਾਂ ਸੜਕਾਂ 'ਤੇ ਹੋਣੇ ਆ, ਉਹ ਕਿਤੇ ਹਵਾਵਾਂ 'ਚ ਤਾਂ ਹੋਣੇ ਨਹੀਂ ਹੈਗੇ। ਬਿਲਕੁਲ। ਸੋ ਇਹ ਗੱਲ ਹੈਗੀ ਆ। ਸੋ ਇੱਕ ਹੋਰ ਵੀ ਹੈਗਾ ਕਰਕੇ ਹਾਲੇ ਜਿਹੜਾ ਇਹ ਮੁਜ਼ਾਹਰੇ ਹੈਗੇ ਆ, ਇਹ ਜਿਹੜਾ ਸੰਘਰਸ਼ ਹੈਗਾ, ਆਈ ਥਿੰਕ ਲੱਗਦਾ ਹੈ ਕਿ ਲੰਬਾ ਚੱਲੂਗਾ, ਬਹੁਤ ਲੰਬਾ ਚੱਲੂਗਾ, ਕਿਉਂਕਿ ਗੌਰਮੈਂਟ ਜਿਹੜੀ ਹੈਗੀ ਆ ਉਹ ਆਪਣੀ ਜਿੱਦ 'ਤੇ ਅੜੀ ਆ
ਔਰ ਜਾ ਕੇ ਜਿੰਨਾ ਚਿਰ ਅਡਾਨੀ ਅੰਬਾਨੀ ਸਰਕਾਰ ਨੂੰ ਨਹੀਂ ਕਹਿੰਦੇ, ਜਿਹੜਾ ਕਿ ਉਹ ਕਹਿ ਨਹੀਂ ਸਕਦੇ, ਉਹ ਪਿੱਛੋਂ ਮਤਲਬ ਜਿਹੜਾ ਕੰਟਰੋਲ ਤਾਂ ਉਹੀ ਕਰਦੇ ਆ। ਸੌਰੀ ਮੈਂ ਵਿੱਚ ਗੱਲ ਭੁੱਲ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਗਲਾ ਜਿਹੜਾ ਸੈਸ਼ਨ ਸਾਡਾ ਹੋਏਗਾ 1-2 ਮਹੀਨਿਆਂ ਤਾਈਂ ਸ਼ੁਰੂ ਹੋਣਾ ਹੈਗਾ ਜੀ, ਵਿੰਟਰ ਵਾਲਾ ਜਿਹੜਾ ਉਹਨੂੰ ਕੈਂਸਲ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜਾ ਲਾਅ ਆ ਉਦੋਂ ਤੱਕ ਤੁਸੀਂ ਇੰਪਲੀਮੈਂਟੇਸ਼ਨ ਨਹੀਂ ਕਰ ਸਕਦੇ, ਇਹਨੂੰ ਸਸਪੈਂਡ ਕਰ ਲਓ। ਇਹ ਇੱਕ ਬਹੁਤ ਵੱਡੀ ਗੱਲ ਹੈ। ਦੈਟਸ ਰਾਈਟ ਜੀ। ਔਰ ਬਹੁਤ ਸ਼ਹੀਦ ਹੋਏ। ਹੋਰ ਬਾਕੀ ਹੈ ਹੁਣ ਤਕਰੀਬਨ 20 ਤਾਂ ਹੋ ਗਿਆ ਅਫੀਸ਼ੀਅਲੀ, ਜਿਹੜੇ ਸ਼ਾਇਦ ਉਸ ਤੋਂ ਜ਼ਿਆਦਾ ਹੋ ਸਕਦੇ ਆ ਜਿਹੜੇ ਕਿ ਉੱਥੇ ਸ਼ਹੀਦ ਹੋ ਗਏ ਹੈਗੇ। ਇੱਕ ਹੁਣੇ ਆਪਣੇ ਸੈਲਫ ਨੂੰ ਮਤਲਬ ਉਹਨੇ ਸ਼ਹੀਦ ਕੀਤਾ ਹੈਗਾ ਗੋਲੀ ਮਾਰ ਕੇ, ਬਸੰਤ ਰਾਮ ਸਿੰਘ ਉਹਨਾਂ ਦਾ ਹੈਗਾ। ਮਤਲਬ ਇਹ ਜਿਹੜਾ ਹਾਲੇ ਹੈਗਾ ਸੰਘਰਸ਼ ਪੂਰਾ ਨਾ ਵਧਣ ਵਾਲਾ ਹੀ ਆ। ਅੱਜ ਜਿਹੜੀਆਂ ਉੱਤਰ ਪ੍ਰਦੇਸ਼ ਦੀਆਂ ਪੰਚਾਇਤ ਖਪਸ ਹੈਗੀਆਂ ਆ, ਉਹਨਾਂ ਦੀ ਵੀ ਅੱਜ ਮੀਟਿੰਗ ਹੋਈ ਸੀਗੀ ਕਾਫੀ, ਔਰ ਉਹਨਾਂ ਨੇ ਵੀ ਇਹ ਕਿਹਾ ਕਿ ਜਿੰਨਾ ਚਿਰ ਸਰਕਾਰ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਅਸੀਂ ਕੋਈ ਗੱਲ ਨਹੀਂ ਕਰ ਸਕਦੇ। ਉਸ ਤੋਂ ਬਾਅਦ ਫਿਰ ਗੱਲ ਕਰਾਂਗੇ। ਪਹਿਲਾਂ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਨੂੰ ਵਾਪਸ ਲੈ, ਔਰ ਸਾਰੇ ਜਿੰਨੇ ਉੱਥੇ ਸੰਘਰਸ਼ ਕਰਦੇ ਹੈਗੇ ਜਿੰਨੇ ਵੀ ਲੋਕ ਹੈਗੇ ਬਹੁਤ ਆਰਗੇਨਾਈਜ਼ ਹੋ ਰਹੇ ਆ, ਬਹੁਤ ਆਰਗੇਨਾਈਜ਼ ਆ, ਔਰ ਹੋਰ ਲੋਕ ਉੱਥੇ ਨੂੰ ਬਹੁਤ ਆ ਰਹੇ ਆ। ਹਾਲਾਂਕਿ ਦੂਸਰੇ ਪਾਸੇ ਜਿਹੜੀ ਉਹਨਾਂ ਨੂੰ ਉੱਥੇ ਠਹਿਰਨਾ ਓਨਾ ਹੀ ਉਹ ਤਕਲੀਫਦਾਇਕ ਹੋ ਰਿਹਾ ਕਿ ਠੰਡ ਵੱਧ ਰਹੀ ਆ, ਔਰ ਜਿਹੜੀ ਮਤਲਬ ਈਜ਼ੀ ਨਹੀਂ ਹੈ। ਦਿੱਲੀ ਦੇ ਵਿੱਚ ਪੰਜਾਬ ਨਾਲੋਂ ਜ਼ਿਆਦਾ ਠੰਡ ਹੁੰਦੀ, ਬਹੁਤ ਵੱਡੀ ਕੁਰਬਾਨੀ। ਪਿਆਰੇ ਦਰਸ਼ਕੋ, ਜਦੋਂ ਦੀ ਦੁਬਾਰਾ ਇਹ ਮੋਦੀ ਸਰਕਾਰ ਚੁਣ ਕੇ ਆਈ ਪਿਛਲੇ ਸਾਲ ਤੋਂ, ਇਹੋ ਜਿਹਾ ਉਹਨਾਂ ਨੇ ਤਸ਼ੱਦਦ ਕੀਤੇ ਆ ਲੋਕਾਂ ਨੇ, ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਚੁਣਿਆ, ਉਹਨਾਂ ਦੇ ਉੱਤੇ ਹੀ ਤਸ਼ੱਦਦ ਕੀਤੇ। ਪਹਿਲਾਂ ਤਾਂ ਉਹ ਕਾਨੂੰਨ ਲਿਆਉਣ ਦਾ CAA NCRP ਇਹ ਲਿਆ ਕੇ, ਤੁਹਾਨੂੰ ਪਤਾ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਅਤੇ ਲਖਨਊ ਅਤੇ ਬੰਬੇ ਹਰ ਜਗ੍ਹਾ ਪ੍ਰੋਟੈਸਟ ਹੋਏ ਆ। ਔਰ ਉਸ ਤੋਂ ਬਾਅਦ ਇਹ ਕਿਸਾਨਾਂ ਦਾ ਜੋ ਕੁਛ ਜਦੋਜਹਿਦ ਆ, ਇਹਨਾਂ ਦੇ ਖਿਲਾਫ ਉਹਨਾਂ ਨੇ ਆਪਣੇ ਕਾਨੂੰਨ ਬਣਾ ਲਏ। ਔਰ ਨਾਲ ਹੀ ਹੈ, ਤੁਸੀਂ ਵੀਕਐਂਡ 'ਤੇ ਕੱਲ੍ਹ ਪਰਸੋਂ ਦੇਖਿਆ ਹੋਏਗਾ ਕਿ ਜਿਹੜੇ ਵਲੰਟੀਅਰ ਹੋ ਕੇ ਹੈਲਥ ਵਰਕਰ, ਡਾਕਟਰ ਔਰ ਨਰਸਾਂ ਕਰੋਨਾ ਵਾਇਰਸ ਦੇ ਲਈ ਉਹ ਮੋਹਰੇ ਫਰੰਟ 'ਤੇ ਲੜ ਰਹੇ ਸੀ ਆਪਣੀ ਜਾਨ ਖਤਰੇ 'ਚ ਪਾ ਕੇ, ਕੱਲ੍ਹ ਉਹ ਦਿੱਲੀ ਦੇ ਵਿੱਚ ਉਹ ਧਰਨੇ ਮਾਰ ਕੇ ਬੈਠੇ ਸੀ। ਕਈ ਹੈਗੇ ਹਸਪਤਾਲ 3-3 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ। ਔਰ ਅੱਜ ਦੀ ਇੱਕ ਖਬਰ ਹੈ ਦਵਿੰਦਰ ਜੀ ਕਿ ਮੱਧ ਪ੍ਰਦੇਸ਼ ਦੇ ਵਿੱਚ, ਜਿੱਥੇ ਸ਼ਿਵਰਾਜ ਚੌਹਾਨ ਦੀ ਸਰਕਾਰ ਹੁਣੇ ਬਣੀ ਹੈਗੀ ਆ, ਉੱਥੇ ਇੱਕ ਸਾਧੂ ਮੰਡਲੀ ਹੈਗੀ ਆ, ਔਰ ਸਾਰੇ ਉਹ BJP ਦੇ ਜਿਹੜੇ ਉਹ ਸਪੋਰਟਰ ਹੈਗੇ ਆ ਜੀ, ਔਰ ਉਹਨਾਂ ਦੇ ਉੱਤੇ ਲਾਠੀਆਂ ਬਰਸਦੀਆਂ ਸੀਗੀਆਂ। ਉਹਨਾਂ ਦੇ ਕੁਝ ਇਸ਼ੂ ਹੈਗੇ ਆ, ਉਹ ਰਿਜ਼ੋਲਵ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਇੰਨੀ ਪੁਲਿਸ ਦੀ ਲਾਠੀ ਬਰਸੀ ਆ ਕਿ ਲੋਕ ਉੱਥੋਂ ਦੌੜ ਗਏ। ਦੇਖੋ ਨਾ ਕਿਹੋ ਜਿਹੇ ਗੱਲ ਚੱਲਦੇ ਆ। ਔਰ ਨਾਲ ਹੀ ਇਹ ਹੈਗਾ ਕਿ ਬੰਗਾਲ ਦੇ ਵਿੱਚ ਕਿੰਨਾ ਤਸ਼ੱਦਦ ਮਚਾਇਆ ਹੈਗਾ। ਸੋ ਜਿਹੜਾ ਭਾਰਤ ਸੀਗਾ ਇਹ ਇੱਕ ਸ਼ਾਂਤੀ ਦਾ ਦੇਵਤਾ ਸੀਗਾ, ਔਰ ਲੋਕਾਂ ਨੂੰ ਇਹ ਕਹਿੰਦੇ ਆ ਕਿ ਪਾਕਿਸਤਾਨੀ ਇਹ ਅੱਤਵਾਦੀ ਆ ਫਲਾਨਾ, ਗੌਰਮੈਂਟ ਖੁਦ ਅੱਤਵਾਦੀ ਹੋਈ ਹੋਆ। ਦੇਖੋ ਇਸ ਵੇਲੇ ਤਾਂ ਬਿਲਕੁਲ ਗੌਰਮੈਂਟ ਜਿਹੜੀ ਹੈਗੀ ਆ ਨਾ, ਗੌਰਮੈਂਟ ਅੱਤਵਾਦੀ ਆ, ਉਹੀ ਤਸ਼ੱਦਦ ਕਰਦੀ ਆ, ਉਹੀ ਜਨਤਾ ਦੀ ਸੁਣਦੀ ਨਹੀਂ ਹੈਗੀ। ਹੁਣ ਜਦੋਂ ਸਰਕਾਰ ਨੂੰ ਚੁਣਦੇ ਆ, ਨੁਮਾਇੰਦੇ ਚੁਣਦੇ ਆ, ਕਿਸੇ ਨੂੰ ਪ੍ਰਧਾਨ ਮੰਤਰੀ ਬਣਾਉਂਦੇ ਜਾਂ ਚੀਫ ਮਿਨਿਸਟਰ ਬਣਾਉਂਦੇ ਆ, ਜਾਂ ਉਹਨਾਂ ਨੂੰ MLA MP ਬਣਾ ਕੇ ਭੇਜਦੇ ਹੈਗੇ, ਤਾਂ ਉਹਦਾ ਮਤਲਬ ਇਹ ਹੁੰਦਾ ਕਿ ਉਹ ਗੌਰਮੈਂਟ ਜਿਹੜੀ ਲੋਕਾਂ ਦੀ ਆਵਾਜ਼ ਅੱਗੇ ਲੈ ਕੇ ਜਾਣ, ਉਹਨਾਂ ਲਈ ਚੰਗੇ ਕੰਮ ਕਰਨ, ਚੰਗੇ ਕੰਮ ਕਰਨ ਉਹਨਾਂ ਵਾਸਤੇ, ਜਿਹਦੇ ਨਾਲ ਲੋਕਾਂ ਦੀ ਔਰ ਦੇਸ਼ ਦੀ ਤਰੱਕੀ ਹੋ ਸਕੇ। ਬਿਲਕੁਲ ਬਿਲਕੁਲ। ਪਰ ਇਹ ਤਾਂ ਉਲਟਾ ਹੀ ਕੰਮ ਕਰਦੇ ਹੈਗੇ। ਹਾਂਜੀ ਹਾਂਜੀ। ਪਿਆਰੇ ਦਰਸ਼ਕੋ, ਜਿਹੜੇ ਉਸ ਜਦੋਜਹਿਦ ਦੇ ਵਿੱਚ ਸ਼ਹੀਦ ਹੋਏ ਆ, ਇਹ ਬਾਬਾ ਰਾਮ ਸਿੰਘ ਜੀ ਜਾਂ 20 ਲੋਕ ਜਿਹੜੇ ਆ, ਸਾਡੀ ਉਹਨਾਂ ਨੂੰ ਬੜੇ ਪ੍ਰੇਮ ਭਰੀ ਸ਼ਰਧਾਪੂਰਵਕ ਉਹਨਾਂ ਨੂੰ ਨਮਸਕਾਰ ਔਰ ਸ਼ਰਧਾਂਜਲੀ ਹੈ। ਔਰ ਅਸੀਂ ਹੁਣ ਕ੍ਰਿਸਮਸ ਦੀ ਜਿਹੜੀ ਗੱਲ ਕਰਦੇ ਹਾਂ, ਪਿਆਰੇ ਦਰਸ਼ਕੋ, ਦੇਖੋ ਦੁਨੀਆ ਰੁਕਦੀ ਨਹੀਂ, ਦੁਨੀਆ ਚੱਲਦੀ ਰਹਿੰਦੀ ਹੈ। ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰੀਏ ਜਿਹੜੇ ਮਹਾਮਾਰੀ ਦੇ ਵਿੱਚ ਸਾਡੇ ਨਾਲੋਂ ਵਿਛੜ ਗਏ, ਔਰ ਹਰ ਇੱਕ ਦੀ ਅਸੀਂ ਆਉਣੇ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਹਰ ਜੀਵ ਦੀ ਅਸੀਂ ਤੰਦਰੁਸਤੀ ਦੀ ਦੁਆ ਕਰਦੇ ਹਾਂ, ਔਰ ਹਰ ਕਿਸੇ ਨੂੰ ਅਸੀਂ ਚਾਹੁੰਦੇ ਹਾਂ ਕਿ ਖੁਸ਼ਹਾਲ ਹੋਵੇ,
ਤੰਦਰੁਸਤ ਹੋਵੇ, ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਭਰਾ ਉਹਨਾਂ ਭਰਿਆ ਉਹਨੂੰ ਕ੍ਰਿਸਮਸ ਦਾ ਦਿਨ ਲਿਆਵੇ। ਔਰ ਕ੍ਰਿਸਮਸ ਜਿਹੜੀ ਹੈਗੀ ਇੱਕ ਤੁਹਾਨੂੰ ਪਤਾ ਕਿ ਇੱਕ ਯੂਨੀਵਰਸਲ ਹੈ, ਸਾਰੇ ਹੀ ਅਸੀਂ ਮਨਾਉਂਦੇ ਹਾਂ। ਇਹਦੇ ਵਿੱਚ ਧਰਮਾਂ ਦਾ, ਆਪਣੀ ਸ਼ਰਧਾ ਦਾ ਜਾਂ ਆਪਣੇ ਮਨ ਮਨੌਤੀ ਦਾ ਕੋਈ ਰੌਲਾ ਨਹੀਂ ਹੈਗਾ। ਹਰ ਇੱਕ ਇਹ ਜਿਹੜਾ ਕ੍ਰਿਸਮਸ ਨੂੰ ਮਨਾਉਂਦਾ ਹੈ। ਅਸੀਂ ਇਸ ਮੁਲਕ ਦੇ ਵਿੱਚ ਜਦੋਂ ਦੇ ਰਹਿੰਦੇ ਹਾਂ ਬੜੀ ਧੂਮਧਾਮ ਦੇ ਨਾਲ ਮਨਾਉਂਦੇ ਹਾਂ। ਹਰ ਇੱਕ ਆਪਣੇ ਆਪਣੇ ਤਰੀਕੇ ਨਾਲ ਮਨਾਉਂਦਾ ਹੈਗਾ। ਔਰ ਇੱਕ ਇਹ ਆ ਕਿ ਸਿਰਫ ਇਹ ਨਹੀਂ ਕਿ ਚਰਚ ਜਾਣਾ ਜਾਂ ਪੂਜਾ ਪਾਠ ਕਰਨਾ, ਲੋਕ ਮਿਲਦੇ ਗਿਲਦੇ ਇੱਕ ਦੂਜੇ ਦੇ ਨਾਲ ਔਰ ਇੱਕ ਦੂਜੇ ਨੂੰ ਮਤਲਬ ਗੁੱਡਵਿਲ ਔਰ ਸੈਲੀਬ੍ਰੇਸ਼ਨ ਜਿਹੜੀ ਹੈਗੀ ਆ ਮੌਸਮ ਦੀ ਸੀਜ਼ਨ ਸੈਲੀਬ੍ਰੇਸ਼ਨ ਜਾਂ ਨਵੇਂ ਸਾਲ ਦੀਆਂ ਵਧਾਈਆਂ ਅਸੀਂ ਦਿੰਦੇ ਹਾਂ। ਔਰ ਜਿੱਥੋਂ ਤੱਕ ਕ੍ਰਿਸਮਸ ਦਾ ਹਿਸਟੋਰੀਕਲ ਲਿੰਕ ਹੈਗਾ ਉਹ ਇਹ ਹੈਗਾ ਕਿ ਜਦੋਂ ਕਦੋਂ ਵੀ ਕਹਿੰਦੇ ਆ ਕਿ ਧਰਤੀ ਦੇ ਉੱਤੇ ਜ਼ੁਲਮ ਸਿਤਮ ਵੱਧਦੇ ਆ ਤਾਂ ਕੋਈ ਨਾ ਕੋਈ ਇਹ ਆ ਕਿ ਪਰਮਾਤਮਾ ਰੂਹ ਜਾਂ ਕੋਈ ਮਹਾਨ ਹਸਤੀ ਇੱਕ ਪੈਗੰਬਰ ਧਰਤੀ 'ਤੇ ਆਉਂਦਾ ਔਰ ਚੰਗੀ ਉਹ ਸਿੱਖਿਆ ਦਿੰਦਾ ਔਰ ਚੰਗੇ ਉਹ ਸਾਨੂੰ ਰਹਿਣ ਲਈ ਕਹਿੰਦਾ ਕਿ ਇਨਸਾਨ ਬਣੋ ਔਰ ਇਨਸਾਨੀਅਤ ਦੇ ਜਿਹੜੇ ਹੈਗੇ ਆ ਉਹ ਸਾਨੂੰ ਸਬਕ ਦਿੰਦਾ ਹੈਗਾ। ਇਸੇ ਤਰ੍ਹਾਂ ਜਿਹੜਾ ਜੀਸਸ ਮਸੀਹ ਸੀਗਾ ਇਸੇ ਤਰ੍ਹਾਂ ਇਹ ਤਕਰੀਬਨ 2200 ਸਾਲ ਪਹਿਲਾਂ ਇਸ ਧਰਤੀ 'ਤੇ ਆਇਆ। ਉਹਨੇ ਬੜੀਆਂ ਕੁਰਬਾਨੀਆਂ ਕੀਤੀਆਂ, ਪੀਸ ਦਾ ਪੈਗੰਬਰ ਸੀਗਾ, ਇਕੁਆਲਿਟੀ ਲਿਬਰਟੀ ਔਰ ਸਾਰਿਆਂ ਨਾਲ ਪ੍ਰੇਮ ਪਿਆਰ ਦਾ ਉਹਨੇ ਸਬਕ ਸਿਖਾਇਆ ਔਰ ਬੜੀ ਕੁਰਬਾਨੀ ਦਿੱਤੀ ਔਰ ਇਨਸਾਨ ਔਰ ਇਨਸਾਨੀਅਤ ਲਈ ਉਹਨਾਂ ਨੇ ਕੁਰਬਾਨੀ ਦਿੱਤੀ। ਅਸੀਂ ਉਹਨਾਂ ਦੀ ਕੁਰਬਾਨੀ ਨੂੰ ਵੀ ਫੁੱਲ ਚੜ੍ਹਾਉਂਦੇ ਹਾਂ। ਔਰ ਉਹਨਾਂ ਨੇ ਬਿਲਕੁਲ ਇਹ ਕਿਹਾ ਕਿ ਜਦੋਂ ਤੁਸੀਂ ਮੇਰਾ ਜਨਮ ਦਿਨ ਮਨਾਉਂਦੇ ਹਾਂ ਜਾਂ ਉਹਨਾਂ ਦੇ ਪਿੱਛੋਂ ਜਿਹੜੇ ਆਉਂਦੇ ਆ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਮਤਲਬ ਕ੍ਰਿਸਮਸ ਮਨਾਉਂਦੇ ਆ ਉਹ ਜਿਹੜੇ ਸਾਰੇ ਹੀ ਲੋਕ ਭੁੱਖੇ ਨੰਗੇ ਬੇਸਹਾਰਾ ਲਤਾੜੇ ਹੋਏ ਲੋਕ ਹਨ, ਦੁਖੀ ਲੋਕ ਹਨ, ਉਹਨਾਂ ਨੂੰ ਮਤਲਬ ਤੁਸੀਂ ਗਲ ਨਾਲ ਲਾਓ, ਉਹਨਾਂ ਦੀ ਦੇਖਭਾਲ ਕਰੋ ਔਰ ਇਨਸਾਨਾਂ ਨੂੰ ਬਰਾਬਰ ਸਮਝੋ। ਇਕੁਆਲਿਟੀ ਲਿਬਰਟੀ ਔਰ ਭਾਈਚਾਰੇ ਦਾ ਸਬਕ ਦਿੱਤਾ। ਹਾਂਜੀ ਦਵਿੰਦਰ ਜੀ ਤੁਸੀਂ। ਹਾਂਜੀ ਵੈਰੀ ਗੁੱਡ, ਥੈਂਕ ਯੂ ਵੈਰੀ ਮਚ। ਅੱਜ ਆਪਾਂ ਜਿਹੜੀ ਗੱਲ ਕਰਨੀ ਉਹ ਇਹਦੇ ਬਾਰੇ ਕਰਨੀ ਹੈਗੀ ਬਿਲਕੁਲ ਕਿ ਕ੍ਰਿਸਮਸ ਦੀਆਂ ਛੁੱਟੀਆਂ ਦੇ ਵਿੱਚ ਹਾਂਜੀ ਕਰਕੇ ਇਹ ਖਾਸ ਸਮਾਂ ਹੁੰਦਾ, ਲੋਕੀ ਹੌਲੀਡੇ ਮੂਡ 'ਚ ਵੀ ਹੁੰਦੇ ਹੈਗੇ, ਖੁਸ਼ੀ ਦੇ ਮੂਡ 'ਚ ਵੀ ਹੁੰਦੇ ਹੈਗੇ ਆ। ਔਰ ਖਾਸ ਕਰਕੇ ਹੁਣ ਕਰੋਨਾ ਵਾਇਰਸ ਹੈਗੀ, ਹੋਰ ਵੀ ਰਿਸਪੌਂਸਿਬਿਲਿਟੀ ਵੱਧ ਜਾਂਦੀ ਹੈਗੀ ਆ ਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆ। ਬਿਲਕੁਲ ਹਾਂਜੀ, ਜਿਹੜੇ ਪ੍ਰੀਕਾਸ਼ਨਸ ਐਕਸਟਰਾ ਪ੍ਰੀਕਾਸ਼ਨਸ ਲੈਣੇ ਪੈਂਦੇ ਹੈਗੇ ਆ। ਹਾਂਜੀ ਸੋ ਉਹਦੇ ਵਿੱਚ ਆਪਾਂ ਗੱਲਬਾਤ ਕਰਨੀ ਹੈਗੀ ਆ। ਪਰ ਅੱਜ ਮੈਂ ਸਮਝਦਾ ਕਿ ਉਹਦੇ ਵਾਸਤੇ ਤੁਸੀਂ ਜ਼ਿਆਦਾ ਜਿਸ ਤਰ੍ਹਾਂ ਹੋ ਤੁਹਾਡਾ ਵਧੀਆ ਜਿਹੜੇ ਗਿਆਨਵਾਨ ਹੈਗੇ ਜਿਹੜੇ ਲੋਕਾਂ ਨੂੰ ਦੱਸ ਸਕਦੇ ਹੈਗੇ ਆ ਤੇ ਉਹ ਤੁਸੀਂ ਕਰ ਸਕਦੇ ਆ। ਪਰ ਮੈਂ ਉਹ ਤੋਂ ਪਹਿਲਾਂ ਆਪਣੇ ਦਰਸ਼ਕਾਂ ਨਾਲ ਇਹ ਸਾਂਝਾ ਕਰਨਾ ਚਾਹੁੰਦਾ ਕਿ ਤੁਹਾਡੇ ਬਾਰੇ ਬਹੁਤ ਸਾਰੇ ਲੋਕ ਤਾਂ ਜਾਣਦੇ ਹੈਗੇ, ਬਹੁਤ ਸੀਨੀਅਰ ਤੁਸੀਂ ਹੈਗੇ ਹੋ ਔਰ ਪੁਰਾਣੇ ਜਾਣਦੇ ਲੋਕ ਤੁਹਾਨੂੰ, ਔਰ ਤੁਸੀਂ ਪੋਲੀਟਿਕਸ ਵਿੱਚ ਵੀ ਬਹੁਤ ਲੰਬਾ ਹਿੱਸਾ ਗੁਜ਼ਾਰਿਆ ਹੈਗਾ, ਲੋਕ ਸੇਵਾ ਦੇ ਵਿੱਚ ਵੀ ਬਹੁਤ ਐਕਟਿਵ ਰਹੇ ਹੋ। ਪਿਆਰੇ ਦਰਸ਼ਕੋ ਮੈਨੂੰ ਗੁੰਝਲ 'ਚ ਪਾਉਣ ਦੀ ਕੋਸ਼ਿਸ਼ ਕਰ ਨਹੀਂ, ਗੁੰਝਲ 'ਚ ਪਾਉਣ ਵਾਲੀ ਗੱਲ ਨਹੀਂ ਹੈ ਦਰਸ਼ਕੋ, ਇਹ ਹਕੀਕਤ ਹੈ ਕਿ ਬਹੁਤ ਲੰਬਾ ਸਮਾਂ ਇਹ ਪੋਲੀਟਿਕਸ ਵਿੱਚ ਰਹੇ ਆ, ਬਹੁਤ ਲੰਬਾ ਸਮਾਂ ਇਹ ਜਿਹੜੇ ਹੈਗੇ ਆ ਕੌਂਸਲਰ ਰਹੇ ਆ ਔਰ ਲੋਰਡ ਮੇਅਰ ਵੀ ਵੁਲਮਟਨ ਦੇ ਰਹੇ ਹੈਗੇ ਆ। ਸੋ ਇਹ ਆਪਾਂ ਥੋੜ੍ਹਾ ਪਹਿਲਾਂ ਤਾਂ ਇਹ ਜਾਣਨਾ ਚਾਹੁੰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਕੀ ਪਲੀਜ਼ ਤੁਸੀਂ ਦੱਸੋਗੇ ਵੀ ਕਿਹੜੇ ਸੰਨ ਤੋਂ ਲੈ ਕੇ ਤੁਸੀਂ ਕੌਂਸਲਰ ਹੋਏ ਆ, ਕਿੰਨੇ ਤੋਂ ਕਿੰਨੇ ਤੱਕ, ਕਿੰਨੇ ਸਾਲ ਦੀ ਤੁਹਾਡੀ ਸਰਵਿਸ ਰਹੀ ਆ? ਪਿਆਰੇ ਦਰਸ਼ਕੋ ਉਸ ਟਾਈਮ ਦੇ ਉੱਤੇ ਇੱਥੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਅਸੀਂ ਵੋਟ ਪਾ ਸਕਦੇ ਹਾਂ ਜਾਂ ਸਾਨੂੰ ਵੋਟ ਪਾਉਣ ਦਾ ਹੱਕ ਹੈ। ਔਰ ਮੈਂ ਤਕਰੀਬਨ 70 ਤੋਂ ਹੀ ਪੋਲੀਟਿਕਸ ਦੇ ਵਿੱਚ ਰਿਹਾ ਜੀ ਔਰ ਪਹਿਲੀ ਦਫਾ ਮੈਂ ਇਲੈਕਸ਼ਨ ਕੌਂਸਲ ਦਾ 1973 ਦੇ ਵਿੱਚ ਲੜਿਆ ਸੀਗਾ। 73 'ਚ ਹੈ ਜੀ ਔਰ 75 ਦੇ ਵਿੱਚ ਮੈਂ ਇਲੈਕਟ ਹੋਇਆ ਸੀਗਾ ਔਰ 12 ਸਾਲ ਮੈਂ ਕੱਟ ਕੇ ਉਸ ਤੋਂ ਬਾਅਦ ਮੈਂ ਥੋੜ੍ਹਾ ਚਿਰ ਰੈਸਟ ਕੀਤੀ ਸੀਗੀ ਜੀ ਔਰ ਫਿਰ ਮੈਂ ਦੁਬਾਰਾ ਫੇਰ ਚਲਾ ਗਿਆ। 12-13 ਸਾਲ ਫੇਰ ਲਾਏ, ਤਕਰੀਬਨ ਲਾ ਕੇ 25-26 ਸਾਲ ਮੈਂ ਕੌਂਸਲ ਦੇ ਵਿੱਚ ਰਿਹਾ। ਔਰ ਇਹ ਆ ਕਿ ਮੈਨੂੰ ਇਸ ਗੱਲ ਦਾ ਬੜਾ ਮਾਣ ਹੈਗਾ ਕਿ ਜਿੰਨੇ ਵੀ ਆਪਣੇ ਭਾਈ ਸੀਗੇ ਵੋਟਰ ਸੀਗੇ ਇਲਾਕੇ ਦੇ ਔਰ ਗੋਰਿਆਂ ਨੇ ਵੀ ਬਹੁਤ ਮੇਰੀ ਸਪੋਰਟ ਕੀਤੀ ਔਰ ਇਸੇ ਹੀ ਕਰਕੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਫਸਟ ਏਸ਼ੀਅਨ ਇੰਗਲੈਂਡ ਦੇ ਵਿੱਚ
ਇੰਡੀਅਨ ਨਹੀਂ, ਏਸ਼ੀਅਨ ਬੋਰਨ। I was the Lord Mayor of Wolverhampton 86 87 ਦੇ ਵਿੱਚ ਜੀ। ਔਰ ਹਾਲੇ ਵੀ ਮੈਨੂੰ, ਕਿਉਂਕਿ ਮੈਂ ਰਿਟਾਇਰ ਵੀ ਹੋਇਆ, ਪਰ ਉਹਨਾਂ ਨੇ ਥੋੜ੍ਹਾ ਜਿਹਾ ਮੈਨੂੰ ਰੱਖਿਆ। ਇੱਕ ਉਹਨਾਂ ਨੇ ਖਿਤਾਬ ਦਿੱਤਾ ਆਲਡਰਮੈਨ ਦਾ, ਔਰ ਜਿਸਲੇ ਮਰਜ਼ੀ ਮੈਂ ਦਰਵਾਜ਼ਾ ਖੋਲ੍ਹ ਕੇ ਜਿੱਥੇ ਵੀ ਮਰਜ਼ੀ ਦਫ਼ਤਰ 'ਚ ਜਾ ਵੜਾਂ। ਸੋ ਇਸ ਕਰਕੇ ਮੈਨੂੰ ਬੜਾ ਹੈਗਾ। ਖੈਰ, ਕਮਿੰਗ ਬੈਕ ਟੂ ਦਾ ਕ੍ਰਿਸਮਸ, ਪਿਆਰੇ ਦਰਸ਼ਕੋ, ਅੱਜ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਸਲੇ ਆਪਾਂ ਕ੍ਰਿਸਮਸ ਮਨਾਉਂਦੇ ਹਾਂ, ਸਾਨੂੰ ਕੁਝ ਅਸੂਲਾਂ ਦਾ, ਕੁਝ ਨਿਯਮਾਂ ਦਾ ਜਿਹੜਾ ਹੈਗਾ ਉਹ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈਗਾ। ਔਰ ਜੇ ਅਸੀਂ ਧਿਆਨ ਨਹੀਂ ਰੱਖਦੇ ਤਾਂ ਬਹੁਤ ਖਰਾਬੀਆਂ ਹੋ ਜਾਂਦੀਆਂ ਹਨ। ਔਰ ਕਈ ਨਿਯਮ ਇਹ ਹੈਗੇ ਆ, ਜਾਂ ਅਸੂਲ ਇਹ ਹੈਗੇ ਆ, ਜਾਂ ਕਾਨੂੰਨ ਇਹ ਹੈਗੇ ਆ, ਉਹ ਸਰਕਾਰੀ ਹਨ, ਸੈਂਟਰ ਗਵਰਨਮੈਂਟ ਦੇ ਬਣਾਏ ਹੋਏ ਹਨ, ਜਾਂ ਲੋਕਲ ਕੌਂਸਲ ਦੇ, ਉਹਨਾਂ ਨੂੰ ਬਾਈ ਲਾ ਵੀ ਕਹਿ ਦਿੰਦੇ ਆ, ਲੋਕਲ ਕੌਂਸਲ ਦੇ। ਔਰ ਦੂਸਰੇ ਨਾਲ ਹੀ ਇਹ ਹੈਗੇ ਕਿ ਕਈ ਅਸੂਲ ਇਹ ਹੈਗੇ ਆ ਕਿ ਮੋਰਲ ਡਿਊਟੀ, ਰਿਸਪੌਂਸਿਬਿਲਿਟੀ ਸਾਡੀ ਹੈਗੀ ਆ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ। ਔਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧਿਆਨ, ਦਵਿੰਦਰ ਜੀ, ਇਸ ਗੱਲ ਵੱਲ ਲਿਜਾਣਾ ਚਾਹੁੰਦਾ ਹਾਂ, ਕਿਉਂਕਿ ਕ੍ਰਿਸਮਸ ਹੈ, ਇਹਲੇ ਬਹੁਤ ਲੋਕ ਬਾਜ਼ਾਰਾਂ ਦੇ ਵਿੱਚ ਖਰੀਦਣ 'ਤੇ ਲੱਗੇ ਹੋ ਆ। ਕੋਈ ਪ੍ਰੈਜ਼ੈਂਟ ਖਰੀਦਣਾ, ਕੋਈ ਚੀਜ਼ ਇੱਧਰ ਦੀ ਉੱਧਰ ਖਰੀਦਣੀ, ਬੜੇ ਜ਼ੋਰਾਂ ਸ਼ੋਰਾਂ ਦੇ ਵਿੱਚ ਮਾਰਕੀਟਾਂ ਦੇ ਵਿੱਚ, ਸੁਪਰ ਮਾਰਕੀਟਾਂ ਦੇ ਵਿੱਚ ਇਹਲੇ ਖਰੀਦੋ ਪੁਸ਼ ਹੋ ਰਹੀ ਆ। ਪਰ ਉਹਦੇ ਬਾਰੇ ਮੈਂ ਇਹ ਐਡਵਾਈਸ ਦੇਣੀ ਚਾਹੁੰਦਾ ਹਾਂ, ਜਿਹੜੀ ਕਿ ਇਹ ਹੈਗੀ ਆ ਕਿ ਐਡਵਾਈਸ ਉਹ ਖਾਸ ਤੌਰ 'ਤੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ 2015 ਦਾ ਰਿਵਾਈਜ਼ ਹੈਗਾ, ਉਹਦੇ ਵਿੱਚ ਬਹੁਤ ਸਾਰੇ ਕਲੌਜ਼ ਹੈਗੇ ਆ। ਔਰ ਉਹ ਕਹਿੰਦੇ ਆ ਕਿ ਆਪਣੀ ਜਿਹੜੀ ਸ਼ਾਪਿੰਗ ਹੈਗੀ ਆ ਉਹ ਕੇਅਰਫੁਲੀ ਕਰੋ। ਕੇਅਰਫੁਲੀ ਦਾ ਮਤਲਬ ਇਹ ਹੈਗਾ ਕਿ ਕਈ ਚੀਜ਼ਾਂ ਹੈਗੀਆਂ ਉਹ ਜਿਹੜੇ ਹੈਗੇ ਆ ਪਾਪੂਲਰ ਬ੍ਰਾਂਡ, ਉਹਨਾਂ ਦਾ ਨਾਂ ਜਿਹਨੂੰ ਕਹਿੰਦੇ ਫੇਕ ਬ੍ਰਾਂਡ, ਫੇਕ ਬਣੀਆਂ ਹੁੰਦੀਆਂ, ਉਹ ਵੇਚਦੇ ਹੈਗੇ ਆ। ਔਰ ਉਹ ਜਦੋਂ ਤੁਸੀਂ ਕੋਈ ਚੀਜ਼ ਲਾਓ ਉਹਦੀ ਰਸੀਦ ਜ਼ਰੂਰ ਲੈ ਲਓ, ਕਿਉਂਕਿ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਫੇਕ ਹੈਗਾ, ਰਸੀਦ ਜਾ ਕੇ ਤੁਸੀਂ ਉਹਦੇ ਕੋਲ ਜਾ ਕੇ ਕਹਿ ਸਕਦੇ ਕਿ ਇਨ ਕੇਸ ਉਹਦਾ ਸਟੈਂਡਰਡ ਉਹ ਨਹੀਂ ਹੈਗਾ ਕਿ ਜਿਹੜਾ ਤੁਸੀਂ ਐਕਸਪੈਕਟ ਕਰਦੇ ਜਾਂ ਤੁਹਾਨੂੰ ਰਿਫੰਡ ਲੈਣਾ ਪੈਂਦਾ, ਵਾਪਸ ਕਰਨੀ ਪੈਂਦੀ ਹੈਗੀ। ਬਿਲਕੁਲ, ਤਾਂ ਰਸੀਦ ਉਹਦੇ ਲਈ ਜ਼ਰੂਰੀ ਹੈਗੀ ਆ। ਬਿਲਕੁਲ। ਔਰ ਕਈ ਦਫਾ ਇਹ ਵੀ ਹੈਗਾ ਕਿ ਬਿਲਕੁਲ ਨਾ ਵੀ ਫੇਕ ਬ੍ਰਾਂਡ ਹੋਵੇ, ਉਹਦੇ ਵਿੱਚ ਨੁਕਸ ਹੁੰਦਾ ਕਿਸੇ ਚੀਜ਼ ਦੇ ਵਿੱਚ। ਤੁਸੀਂ ਸੂਟ ਖਰੀਦਦੇ ਆ, ਪੈਂਟ ਖਰੀਦਦੇ ਆ, ਕਿਸੇ ਦੀ ਜਿਪ ਸਾਈਜ਼ ਹੀ ਨਹੀਂ ਠੀਕ ਹੈਗਾ, ਜਿਪ ਟੁੱਟੀ ਹੁੰਦੀ ਆ, ਜਾਂ ਕਿਸੇ ਦਾ ਕੁਛ ਹੁੰਦਾ, ਔਰ ਫੋਲਟੀ ਗੁੱਡ ਹੁੰਦੀਆਂ, ਉਹਨਾਂ ਨੂੰ ਬਿਲਕੁਲ ਤੁਸੀਂ ਇਹ ਆ ਕਿ ਰਸੀਦ ਲੈ ਲਓ, ਔਰ ਉਹਦੇ ਵਿੱਚ ਤੁਸੀਂ ਉਹਦਾ ਹੁੰਦਾ ਟਾਈਮ ਹੁੰਦਾ 28 ਦਿਨ ਦੇ ਅੰਦਰ ਅੰਦਰ ਤੁਸੀਂ ਉਹਨੂੰ ਵਾਪਸ ਕਰ ਸਕਦੇ ਆ। ਔਰ ਨਾਲ ਹੀ ਇਹ ਆ ਕਿ ਜਦੋਂ ਕ੍ਰਿਸਮਸ ਆਉਂਦੀ ਹੈਗੀ ਆ ਖਾਸ ਤੌਰ 'ਤੇ, ਉੱਦਾਂ ਤਾਂ ਡਿਊਰਿੰਗ ਦਾ ਈਅਰ, ਥਰੂ ਆਊਟ ਦਾ ਈਅਰ ਜਿਹੜੇ ਆਪਣੇ ਹੈਗੇ ਆ ਟ੍ਰੇਡਿੰਗ ਸਟੈਂਡਰਡ ਵਾਲੇ, ਉਹ ਬੜੇ ਐਕਟਿਵ ਰਹਿੰਦੇ ਆ। ਉਹ ਘੁੰਮਦੇ ਫਿਰਦੇ ਰਹਿੰਦੇ ਹੈਗੇ ਦੁਕਾਨਾਂ ਦੇ ਵਿੱਚ, ਉਹ ਸੈਂਪਲ ਬਾਈ ਕਰਦੇ ਆ ਜੀ। ਉਹ ਸੈਂਪਲ ਬਾਈ ਦਾ ਮਤਲਬ ਹੁੰਦਾ ਕਿ ਤੁਸੀਂ ਫਰਜ਼ ਕਰ ਲਾ ਕੋਈ ਚੀਜ਼ਾਂ ਹੈਗੀਆਂ ਉਹਨੂੰ ਗਲਤ ਪ੍ਰਾਈਸ 'ਤੇ ਵੇਚਦੇ ਆ, ਜਾਂ ਕਈ ਦਫਾ ਸੇਲ ਲਾਈ ਹੁੰਦੀ ਆ, ਪਰ ਉਹ ਪ੍ਰਾਈਸ ਪਹਿਲਾਂ ਕੁਛ ਹੋਰ ਹੁੰਦੀ ਆ, ਉਹਨੂੰ ਵਧਾ ਕੇ ਉਹੀ ਸੇਲ ਕਰ ਦੇਣੀ ਆ। ਉਹਦੇ ਲਾਇਆ ਹੁੰਦਾ ਵੀ ਸੇਲ ਆ, ਪਰ ਪ੍ਰਾਈਸ ਤਕਰੀਬਨ ਉਨੀ ਰੱਖੀ ਹੁੰਦੀ ਆ। ਬਸ ਉਹ ਪਤਾ ਕੀ ਕਰਦੇ ਆ, ਪਹਿਲਾਂ ਆ ਕੇ ਫਰਜ਼ ਕਰ ਲਾ ਸਵੀਟ ਸ਼ਾਪ 'ਤੇ ਜਾਂਦੇ ਆ, 15 ਆਈਟਮਾਂ ਸਵੀਟਾਂ ਦੀਆਂ ਲੈ ਲੈਣੀਆਂ ਉਹਨਾਂ ਨੇ ਕ੍ਰਿਸਮਸ ਤੋਂ ਪਹਿਲਾਂ, ਔਰ ਕ੍ਰਿਸਮਸ ਤੋਂ ਉਹਨਾਂ ਨੇ ਰਸੀਦ ਲੈ ਲੈਣੀ ਕਿੰਨੇ ਕਿੰਨੇ ਦੀਆਂ ਤੁਸੀਂ ਖਰੀਦੀਆਂ। ਕ੍ਰਿਸਮਸ 'ਤੇ ਜਿਹੜੇ ਸੇਲ ਲਾਈ ਹੋਣੀ ਉਹਨਾਂ ਨੇ ਜਾ ਕੇ ਫੇਕ ਖਰੀਦਣੀਆਂ। ਜੇ ਉਹ ਕ੍ਰਿਸਮਸ ਤੋਂ ਬਾਅਦ ਉਹਨਾਂ ਨੇ ਉਸੇ ਹੀ ਮੰਨ ਲਓ ਉਹੀ ਸੇਲ ਲਾਈ ਹੋਵੇ ਪ੍ਰਾਈਸ, ਤਾਂ ਉਹਨਾਂ ਦਾ ਚਲਾਨ ਕਰ ਦਿੰਦੇ ਆ। ਸੇਲ ਕੀ ਲਾਇਆ ਤਾਂ ਪਹਿਲੇ ਇਸ ਪ੍ਰਾਈਸ ਤੇ ਵੇਚਦੇ ਆ। ਬਿਲਕੁਲ। ਔਰ ਫਿਰ ਉਹ ਦੇਖਦੇ ਵੀ ਆ ਕਿ ਇਹਨਾਂ ਦੀਆਂ ਜਿਹੜੀਆਂ ਹੈਗਾ ਯੂਜ਼ ਬਾਈ ਡੇਟ ਹੈਗੀਆਂ, ਜਾਂ ਐਕਸਪਾਇਰੀ ਡੇਟ ਤਾਂ ਨਹੀਂ ਐਕਸਪਾਇਰ ਹੋਈਆਂ, ਤਾਂ ਵੀ ਚਲਾਨ ਕਰ ਦਿੰਦੇ ਆ। ਕਈ ਚੀਜ਼ਾਂ ਮੋਲਡੀ ਹੁੰਦੀਆਂ ਹੈ ਜੀ, ਜਾਂ ਹੋਟਲਾਂ 'ਚ ਰੈਸਟੋਰੈਂਟ 'ਚ ਚਲੇ ਜਾਂਦੇ ਆ, ਉਹ ਟੇਬਲ ਵੀ ਦੇਖਦੇ ਆ ਵੀ ਇੱਥੇ ਸਫਾਈ ਹੈ ਕਿ ਨਹੀਂ ਹੈ ਜੀ। ਤੇ ਮਤਲਬ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹ ਖਾਸ ਤੌਰ 'ਤੇ ਖਿਆਲ ਰੱਖਣਾ ਚਾਹੀਦਾ। ਦੂਸਰੀ ਚੀਜ਼ ਇਹ ਹੈਗੀ ਹੈ ਦਵਿੰਦਰ ਜੀ, ਡਰਿੰਕ ਐਂਡ ਡਰਾਈਵ। ਇਹ ਤੁਹਾਨੂੰ ਵੀ ਪਤਾ, ਡਰਿੰਕ ਐਂਡ ਡਰਾਈਵ ਵੀ ਆ। ਕਈ ਵਾਰੀ ਆਪਾਂ ਕਹਿੰਦੇ ਔਰੇਟ ਇੱਕ ਗਲਾਸੀ ਪੀਤੀ ਆ ਜਾਂ ਗਲਾਸ ਪੀਤਾ ਨਾਲ ਕੋਈ ਨਹੀਂ, ਮੈਨੂੰ ਪੂਰਾ ਦੀਦਾ ਆ। ਆਹੋ ਠੀਕ ਹੀ ਆ, ਮੈਂ ਤਾਂ ਹੋਸ਼ ਹਵਾਸ ਵਿੱਚ ਹੀ ਆ। ਇਹਦਾ ਕੀ ਹਿਸਾਬ ਕਿਤਾਬ ਹੈਗਾ ਜਦੋਂ ਰੋਕਦੇ ਜਾਂ ਉਹ ਆਪਾਂ ਕਹਿੰਦੇ ਜਿਹਨੂੰ ਪਗਾਨਾ ਫਲਾਉਂਦੇ ਹੈਗੇ ਆ, ਟੈਸਟ ਕਰਦੇ, ਬ੍ਰੈਥ ਟੈਸਟ ਕਰਦੇ ਹੈਗੇ ਆ। ਬਿਲਕੁਲ ਉਹਦਾ ਫਿਰ ਉਹ ਕਿੰਨੀ ਕੁ ਉਹਦੇ ਵਿੱਚ
ਹੁੰਦੀ ਹੈ ਵੀ ਕਿੰਨੀ ਕੁ ਪੀਤੀ ਉਹਦੇ ਵਿੱਚ ਆ ਸਕਦੀ ਹੈ? ਦੇਖੋ ਮੈਂ ਉਸ ਵੱਲ ਨਹੀਂ ਜਾਣਾ ਚਾਹੁੰਦਾ। ਡਰਿੰਕ ਜਿਹੜੀ ਆ ਤੁਸੀਂ ਇਸ ਫੈਸਟਿਵ ਸੀਜ਼ਨ ਦੇ ਵਿੱਚ ਨਾ ਹੀ ਪੀਓ ਚੰਗਾ, ਬੈਸਟ ਤਾਂ ਇਹੀ ਠੀਕ ਹੈ ਨਾ। ਔਰ ਉਹਦੇ ਵਿੱਚ ਇਹ ਹੈਗਾ ਕਿ ਇੱਕ ਤਾਂ ਇਹ ਆ ਕਿ ਜਿਹੜੇ ਤੁਸੀਂ ਡਰਿੰਕ ਡਰਾਈਵ ਕਰਦੇ ਆ ਇਹ ਇੱਕ ਸੀਰੀਅਸ ਕ੍ਰਾਈਮ ਆ, ਔਰ ਤੁਹਾਡੀ ਜਿਹੜੀ ਲਾਈਵਲੀਹੁੱਡ ਹੈ ਉਹਦੇ ਤੇ ਡਿਪੈਂਡ ਕਰਦੀ ਹੈ ਡਰਾਈਵਿੰਗ ਲਾਇਸੈਂਸ ਤੇ। ਕਿਤੇ ਦੂਰ ਜਾਂਦੇ ਆ 5-7-10 ਮੀਲ ਤੇ ਉੱਥੇ ਬੱਸ ਨਹੀਂ ਜਾਂਦੀ ਤਾਂ ਤੁਹਾਨੂੰ ਕ੍ਰਿਸਮਸ ਤੋਂ ਬਾਅਦ ਬੜੀ ਮੁਸ਼ਕਲ ਹੁੰਦੀ ਹੈ। ਨੈਸੈਸਿਟੀ ਅੱਜ ਕੱਲ੍ਹ ਤਾਂ ਡਰਾਈਵਿੰਗ, ਔਰ ਕਈ ਲੋਕ ਫਿਰ ਟੈਕਸੀ ਤੇ ਜਾਂਦੇ ਆ ਔਰ ਉਹਨਾਂ ਨੂੰ ਬੜਾ ਮਹਿੰਗਾ ਪੈਂਦਾ। ਔਰ ਦੂਸਰਾ ਇਹ ਆ ਕਿ ਜੇ ਐਕਸੀਡੈਂਟ ਹੋ ਜਾਏ, ਤੁਸੀਂ ਖੁਦਾ ਨਾ ਖਾਸਤਾ ਐਕਸੀਡੈਂਟ ਹੋ ਜਾਏ, ਤੁਹਾਡੇ ਨਾਲ ਫੈਮਿਲੀ ਆ ਔਰ ਉਹਨਾਂ ਦੇ ਸੱਟਾਂ ਲੱਗ ਜਾਣ, ਤੁਹਾਡੇ ਲੱਗ ਜਾਣ, ਜਿਹੜੇ ਦੂਸਰੇ ਆ ਉਹਨਾਂ ਤੇ ਲੱਗ ਜਾਣ। ਔਰ ਕਈ ਦਫਾ ਇਹ ਹੁੰਦਾ ਤੁਹਾਡਾ ਇੰਸ਼ੋਰੈਂਸ ਤਾਂ ਹੈਗਾ, ਕਵਰ ਕਰ ਜਾਊਗਾ, ਦੂਸਰੇ ਦਾ ਨਹੀਂ ਹੁੰਦਾ ਹੈਗਾ। ਹਾਂਜੀ, ਫਿਰ ਤੁਸੀਂ ਫੇਰ ਮਾਰੇਗਾ। ਕਈ ਵਾਰੀ ਉੱਦਾਂ ਕੋਈ ਸਧਾਰਨ ਫੁੱਟਪਾਥ ਤੇ ਤੁਰਿਆ ਜਾਂਦਾ ਹੈਗਾ, ਬਿਲਕੁਲ ਬਿਲਕੁਲ ਉਹਨੂੰ ਵੀ ਡੈਮੇਜ ਕਰ ਸਕਦਾ, ਉਹ ਵੀ ਹੋ ਸਕਦਾ ਹੈਗਾ। ਫੁੱਟਪਾਥ ਕੀ ਜ਼ੈਬਰਾ ਕ੍ਰੋਸ ਦੇ ਵਿੱਚ ਹੀ ਲਗਾਉਂਦੇ ਗੱਡੀ। ਹਾਂਜੀ, ਸੋ ਲਾਈਟਾਂ ਤੋਂ ਬੇਨਗਾਲੀ ਹੋ ਸਕਦੀ ਹੈ ਡਰਿੰਕ ਪੀਤੇ ਤੋਂ। ਬਿਲਕੁਲ ਬਿਲਕੁਲ ਹਾਂਜੀ। ਉਹ ਤੁਹਾਨੂੰ ਇੱਕ ਚੁਟਕਲਾ ਸੁਣਾਉਣਾ ਵੈਰੀ ਕੁਇਕਲੀ। ਉਹ ਇੱਕ ਟੈਕਸੀ ਵਾਲਾ ਸੀਗਾ, ਉਹਦੇ ਵਿੱਚ ਬਾਹਰੋਂ ਆਇਆ ਬੰਦਾ ਬਹਿ ਗਿਆ, ਉਹ ਜਿਸਲੇ ਰੈੱਡ ਲਾਈਟਾਂ ਆਈਆਂ ਉਹਦੇ ਵਿੱਚ ਹੀ ਨਗਾ ਲਿਆ। ਉਹ ਪਿੱਛੋਂ ਬਾਹਰੋਂ ਬੰਦਾ ਜਿਹੜਾ ਆਇਆ ਸੀਗਾ ਉਹ ਕਹਿੰਦਾ ਵੀ ਭਾਈ ਤੂੰ ਰੈੱਡ ਲਾਈਟਾਂ ਵਿੱਚ ਹੀ ਨਗਾਈ ਜਾਂਦਾ। ਉਹ ਕਹਿੰਦਾ ਤੂੰ ਬਰੀ ਨਾ ਕਰ, ਕਹਿੰਦਾ ਡੋਂਟ ਬਰੀ। ਜਿਲੇ ਮੋਰੇ ਹਰੀਆਂ ਲਾਈਟਾਂ ਆ ਗਈਆਂ ਉੱਥੇ ਖੜਾ ਹੋ ਗਿਆ। ਹਾਂਜੀ, ਉਹ ਕਹਿੰਦਾ ਵੀ ਤੂੰ ਇੱਥੇ ਖੜਾ ਹੋ ਗਿਆ, ਕਹਿੰਦਾ ਮੇਰਾ ਬ੍ਰਦਰ ਨਾ ਦੂਜੇ ਪਾਸੇ ਆਉਂਦਾ ਹੋਵੇ, ਉਹਨੇ ਵੀ ਰੈੱਡ ਲਾਈਟ ਦੇ ਵਿੱਚ ਦੀ ਆਉਣਾ ਆ। ਸੋ ਵੈਰੀ ਕੁਇਕਲੀ ਇਹ ਹੈਗਾ। ਅੱਛਾ, ਇਹਦੇ ਨਾਲ ਇਹ ਵੀ ਹੈ ਕਿ ਜਿਹੜੇ ਤੁਸੀਂ ਟੈਕਸੀ ਦੀ ਗੱਲ ਕੀਤੀ ਹੈਗੀ ਆ, ਟੈਕਸੀ ਦਾ ਬਾਰੇ ਥੋੜਾ ਦੱਸੋ ਕਰਕੇ। ਇੱਕ ਬਲੈਕ ਕੈਬਸ ਹੈਗੀਆਂ ਆ, ਇੱਕ ਜਿਹੜੀਆਂ ਉੱਦਾਂ ਪ੍ਰਾਈਵੇਟ ਹਾਇਰ ਟੈਕਸੀ ਹੈਗੀਆਂ ਆ, ਇਹਨਾਂ 'ਚ ਕੀ ਡਿਫਰੈਂਸ, ਕਿੱਦਾਂ ਇਹਨਾਂ ਕੋਈ ਫਰਕ ਪੈਂਦਾ? ਇਸ ਸਮੇਂ ਦੇ ਵਿੱਚ ਕਿਹੜੀ ਟੈਕਸੀ ਕਰਨੀ ਬੈਸਟ ਹੈਗੀ ਆ? ਦੇਖੋ, ਜਿਹੜੇ ਲੋਕਲ ਅਥਾਰਟੀ ਦੇ ਲਾਇਸੈਂਸਿੰਗ ਡਿਪਾਰਟਮੈਂਟ ਹੈ, ਤਕਰੀਬਨ ਮੈਂ 10 ਸਾਲ ਉਹਦਾ ਇੰਚਾਰਜ ਰਿਹਾ ਜੀ। ਤਾਂ ਹੀ ਤੁਹਾਨੂੰ ਪੁੱਛਦੇ ਜਨਾਬ। ਉਹ ਹੈ ਕਿ ਉਹਦੇ ਵਿੱਚ ਸਿਰਫ ਟੈਕਸੀ ਨਹੀਂ ਆਉਂਦੀ, ਜਿੰਨੇ ਸ਼ਾਪਾਂ ਦੇ ਲਾਇਸੈਂਸ ਹੈ, ਰੈਸਟੋਰੈਂਟ ਦੇ ਲਾਇਸੈਂਸ ਹੈ, ਭਾਵੇਂ ਚੂਹੇ ਬਿੱਲੀਆਂ ਰੱਖਣ ਦੇ, ਕੁੱਤੇ ਬਿੱਲੀਆਂ ਰੱਖਣ ਦੇ ਲਾਇਸੈਂਸ ਹੈ, ਕੁਛ ਵੀ ਲਾਇਸੈਂਸ ਹੈਗਾ। ਹਾਂਜੀ, ਕੰਨਾਂ 'ਚ ਉਹ ਮੁੰਦਰਾਂ ਪਾਉਣ ਦਾ ਹੈਗਾ, ਜਾਂ ਉਹ ਟਾਟੂ ਕੱਢਣ ਦੇ ਲਾਇਸੈਂਸ ਲੋਕਲ ਅਥਾਰਟੀ ਸੈਂਕੜੇ ਇਸ਼ੂ ਕਰਦੀ ਆ। ਉਹ ਦੈਟ ਵਾਸ ਦਾ ਡਿਪਾਰਟਮੈਂਟ ਆਈ ਵਾਸ ਇਨ ਚਾਰਜ ਆਫ। ਪਰਟੀਕੂਲਰਲੀ ਜਿਹੜਾ ਹੈਗਾ ਇਹ ਬਲੈਕ ਜਾਂ ਦੂਸਰੀ ਆਰਡੀਨਰੀ ਟੈਕਸੀ ਹੈਗੀ ਆ, ਉਹਨਾਂ ਦੇ ਵਿੱਚ ਫਰਕ ਇਹ ਹੈਗਾ ਕਿ ਬਲੈਕ ਕੈਬ ਜਿਹੜੀ ਹੈਗੀ ਉਹਨਾਂ ਦਾ ਇੱਕੋ ਹੀ ਸਟੈਂਡ ਹੁੰਦਾ ਜਾਂ 2 ਸਟੈਂਡ ਸਿਟੀ ਸੈਂਟਰ ਦੇ ਵਿੱਚ ਹੁੰਦੇ ਆ ਜੀ, ਔਰ ਉਹ ਬਿਲਕੁਲ ਲੋਕਲ ਅਥਾਰਟੀ ਜਾਂ ਕੌਂਸਲ ਨੇ ਫਿਕਸ ਕੀਤੀ ਹੋਆ। ਉੱਥੇ ਗੱਡੀ ਪਾਰਕ ਕਰਨੀ ਹੈ, ਇੱਥੋਂ ਤੁਸੀਂ ਜਾਣਾ ਕਿਉਂ ਚਲਾ ਜਾਂਦੇ ਆ, ਮੋਟੀ ਜਿਹੜੀ ਟੈਕਸੀ ਉਹ ਚੱਲ ਪੈਂਦੀ ਹੈ, ਉੱਥੋਂ ਚੱਲਦੀ ਆ। ਔਰ ਉਹਦਾ ਫਰਕ ਇਹ ਹੈਗਾ ਕਿ ਉਹ ਕਿਤੇ ਵੀ ਸੜਕ ਤੇ ਜਾਂਦੀ ਆ, ਤੁਸੀਂ ਉਹਨੂੰ ਹੱਥ ਦੇ ਖੜਾ ਕਰਕੇ ਤੁਸੀਂ ਉਹਦੇ ਵਿੱਚ ਬਹਿ ਸਕਦੇ ਆ, ਤੁਹਾਨੂੰ ਬਿਲਕੁਲ ਉਹਦੇ ਵਿੱਚ ਸੇਫਟੀ ਹੈਗੀ ਆ ਜੀ। ਜਿਹੜੀ ਹੈਗੀ ਆ ਦੂਸਰੀਆਂ ਆਰਡੀਨਰੀ ਗੱਡੀਆਂ ਹੈਗੀਆਂ, ਉਹ ਹੱਥ ਦੇ ਕੇ ਤੁਸੀਂ ਉਹਦੇ ਵਿੱਚ ਬਹਿ ਨਹੀਂ ਸਕਦੇ, ਬਹਿ ਜਾਓਗੇ ਤਾਂ ਉਹ ਇਲੀਗਲ ਹੈ। ਠੀਕ ਹੈ। ਔਰ ਜਿਹੜਾ ਲਿਜਾਣੇ ਵਾਲਾ ਡਰਾਈਵਰ ਹੈਗਾ ਉਹਦਾ ਵੀ ਚਲਾਨ ਹੋਏਗਾ, ਤਾਂ ਤੁਹਾਡਾ ਜਿਹੜੀ ਹੈਗੀ ਆ ਲਾਈਫ ਉਹ ਵੀ ਖਤਰੇ 'ਚ ਪੈ ਗਈ। ਉਹ ਖਤਰੇ 'ਚ ਕਿਸ ਤਰ੍ਹਾਂ ਪੈ ਗਈ? ਜੇ ਉਹਦਾ ਐਕਸੀਡੈਂਟ ਹੋ ਗਿਆ, ਉਸ ਬੰਦੇ ਦੀ ਜਿਹੜੀ ਟੈਕਸੀ ਆ ਉਹਦਾ ਤੁਹਾਡੇ ਲਈ ਇੰਸ਼ੋਰੈਂਸ ਹੈ ਨਹੀਂ ਜੀ, ਪੈਸੰਜਰ ਲਈ ਉਹਦੇ ਵਿੱਚ ਇੰਸ਼ੋਰੈਂਸ ਹੈ ਨਹੀਂ। ਠੀਕ ਹੈ। ਅਲਾਉਡ ਨਹੀਂ ਹੈਗਾ ਉਹਦੇ ਵਿੱਚ ਪੈਸੰਜਰ ਲਈ ਇੰਸ਼ੋਰੈਂਸ, ਸਮਝਣਾ। ਓਨਲੀ ਦੇ ਆਰ ਇੰਸ਼ੋਰਡ ਜੇ ਤੁਸੀਂ ਉਹਨਾਂ ਦਾ ਬੇਸ ਹੁੰਦਾ, ਬੇਸ ਤੇ ਕੋਲ ਕਰਕੇ ਮੰਗਾਈ ਆ। ਹਾਂ, ਬੇਸ ਉਹਨਾਂ ਨੇ ਭੇਜੀ ਆ। ਹਾਂ, ਫਿਰ ਤੁਹਾਡਾ ਜਿਹੜਾ ਬੇਸ ਵਾਲਿਆਂ ਦੇ ਕੋਲ ਇੰਸ਼ੋਰੈਂਸ ਹੈਗਾ ਜੀ, ਔਰ ਫਿਰ ਤੁਸੀਂ ਉੱਥੇ ਸੇਫ ਹੈਗੇ ਆ। ਸੋ ਹਮੇਸ਼ਾ ਇਹ ਹੈਗਾ ਜੇ ਤੁਸੀਂ ਉਹ ਜਿਹੜੀ ਹੈਗੀ ਆਰਡੀਨਰੀ ਕਾਰ ਜਿਹੜੀ ਟੈਕਸੀ 'ਚ ਬਦਲੀ ਹੈਗੀ ਆ, ਤੁਸੀਂ ਬੇਸ ਤੇ ਟੈਲੀਫੋਨ ਕਰੋ, ਜਿੱਥੇ ਖੜੇ ਆ ਜਾਂ ਘਰ ਮਗਾਉਣੇ ਆ, ਕੁਛ ਵੀ ਆ, ਐਬਸੋਲੂਟਲੀ ਤੁਸੀਂ ਸੇਫ ਹੈਗੇ ਆ। ਫਿਰ ਉਹਦਾ ਜਿਹੜਾ ਕਿਰਾਇਆ ਵੀ ਹੈਗਾ ਉਹਨਾਂ ਨੇ ਮੀਟਰ ਲਾਏ ਹੈਗੇ ਆ ਜਾਂ ਕੁਛ ਵੀ ਹੈਗਾ, ਉਹ ਤੁਹਾਨੂੰ ਜ਼ਿਆਦਾ ਚਾਰਜ ਨਹੀਂ ਕਰੇਗੀ। ਠੀਕ ਹੈ ਨਾ। ਔਰ ਜੇ ਤੁਸੀਂ ਸੜਕ ਦੇ ਉੱਤੇ ਖੜੇ ਹੋ ਕੇ ਹੱਥ ਦੇ ਕੇ ਉਹਨੂੰ ਕਰਦੇ ਆ ਤਾਂ ਤੁਸੀਂ ਗਲਤ ਹੈਗਾ। ਸੋ ਪਿਆਰੇ ਦਰਸ਼ਕੋ, ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ। ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਕਿ ਆਹ ਟੈਕਸੀ ਹੋਇਆ, ਕਾਲੀ ਹੋਏ ਜਾਂ ਦੂਸਰੀ ਹੋਏ, ਕੀ ਹੈਗਾ ਫਰਕ ਹੈਗਾ, ਉਹਦਾ ਬੜਾ ਫਰਕ ਹੈਗਾ। ਔਰ ਇਸ ਤੋਂ ਅੱਗੇ ਆਪਾਂ ਚੱਲੀਏ ਹੈਗੇ, ਚੌਥੀ ਗੱਲ ਹੈਗੀ ਆ ਇਹ ਐਂਟੀ ਸੋਸ਼ਲ ਬਿਹੇਵੀਅਰ। ਐਂਟੀ ਸੋਸ਼ਲ ਬਿਹੇਵੀਅਰ ਇਹ ਹੁੰਦਾ ਕਿ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਖਾਣ ਪੀਣ ਨਾਲ ਜਿਹੜਾ ਟੈਂਪਰੇਚਰ ਜ਼ਿਆਦਾ ਵੱਧ ਜਾਂਦਾ
ਜੀ ਠੀਕ ਨਹੀਂ। ਔਰ ਇਹ ਆ ਕਿ ਹੁਣ ਤਾਂ ਘਟ ਗਿਆ ਪਿਆਰੇ ਦਰਸ਼ਕੋ। ਪਿਛਲੇ ਜ਼ਮਾਨੇ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਜਿਸ ਟਾਈਮ ਦੀਆਂ ਮੈਂ ਕਰਦਾ 65 ਦੀਆਂ 65 ਦੀਆਂ 75 ਦੀਆਂ, ਲੋਕ ਸੜਕਾਂ 'ਤੇ ਗਾਉਂਦੇ ਫਿਰਦੇ ਹੁੰਦੇ ਸੀਗੇ ਰਾਤ ਨੂੰ ਦਿਨ ਨੂੰ, ਠੀਕ ਹੈ ਨਾ। ਔਰ ਉਸ ਟਾਈਮ 'ਤੇ ਕੋਈ ਇੰਨਾ ਜ਼ਿਆਦਾ ਨੋਟਿਸ ਵੀ ਨਹੀਂ ਲੈਂਦਾ ਹੁੰਦਾ ਸੀਗਾ। ਔਰ ਅੱਜ ਕੱਲ੍ਹ ਇਹ ਹੈ ਕਿ ਲੋਕ ਸੈਂਸਿਟਿਵ ਬਹੁਤ ਹੋ ਗਏ ਆ। ਔਰ ਨਾਲ ਹੀ ਇਹ ਹੈ ਕਿ ਲੋਕਾਂ ਕੋਲ ਪੈਸੇ ਵੀ ਜ਼ਿਆਦਾ ਹੋਣ ਲੱਗ ਗਏ ਆ। ਉਹ ਗਾਰਡਨ 'ਚ ਪਾਰਟੀਆਂ ਕਰ ਲੈਂਦੇ, ਉਹ ਘਰ 'ਚ ਪਾਰਟੀਆਂ ਕਰ ਲੈਂਦੇ ਆ। ਸਾਰੀ ਰਾਤ ਡਰਮ ਵਜਾਈ ਜਾਣੇ ਔਰ ਨਾਲ ਦਿਆਂ ਨੂੰ ਵੀ ਨਹੀਂ ਸੌਣ ਦੇਣਾ, ਹੈ ਜੀ। ਸੋ ਇਸ ਕਰਕੇ ਇਹ ਹੈਗਾ ਕਿ ਨੋਇਜ਼ ਐਂਡ ਨਿਊਸੈਂਸ ਜਿਹਨੂੰ ਕਹਿ ਦਿੰਦੇ ਆ, ਉਹ ਜ਼ਿਆਦਾ ਵੱਧ ਜਾਂਦਾ। ਔਰ ਉਸ ਜਿਹੜੇ ਵੱਧਦਾ ਹੈਗਾ ਤਾਂ ਲੋਕ ਜਿਹੜੇ ਗੁਆਂਢੀ ਹੈਗੇ ਆ ਉਹ ਕੌਂਸਲ ਨੂੰ ਟੈਲੀਫੋਨ ਕਰਦੇ ਆ। ਇਹ ਨਾ ਕਹੋ ਕਿ ਕੌਂਸਲ ਦਾ ਦਫ਼ਤਰ ਬੰਦ ਹੈਗਾ ਦਿਨ ਨੂੰ, ਉਹ 8 ਤੋਂ 5 ਕੰਮ ਕਰਦੇ ਆ ਤਾਂ ਕੌਂਸਲ ਦੇ ਦਫ਼ਤਰ 5 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾ, ਤਾਂ ਦੇ ਕਾਂਟ ਡੂ ਨਥਿੰਗ। ਨਹੀਂ, ਉਹ ਉੱਥੇ 24 ਆਵਰ ਕੌਂਸਲ ਦੇ ਵਿੱਚ ਇੱਕ ਲਾਈਨ ਹੁੰਦੀ ਆ, ਠੀਕ ਹੈ। ਉੱਥੇ ਲੋਕ ਕਾਲ ਕਰ ਸਕਦੇ ਆ। ਓਕੇ, ਜਿਨ੍ਹਾਂ ਨੂੰ ਇਹ ਪ੍ਰੋਟੈਕਸ਼ਨ ਵੀ ਚਾਹੀਦੀ ਹੈ, ਜਿਹਨਾਂ ਕੋਲ ਨੰਬਰ ਹੈ ਨਹੀਂ, ਅਟੈਂਡੈਂਟ ਹੁੰਦਾ ਉੱਥੇ ਬਿਲਕੁਲ ਅਟੈਂਡੈਂਟ ਹੁੰਦਾ ਹੈਗਾ। ਤੁਸੀਂ ਉਹਨਾਂ ਨੂੰ ਸੈਚਰਡੇ ਸੰਡੇ ਰਾਤ ਨੂੰ ਜਦੋਂ ਮਰਜ਼ੀ 24 ਆਵਰ ਫੋਨ ਕਰੋ ਔਰ ਉਹਨਾਂ ਨੂੰ ਦੱਸੋ ਕਿ ਆਹ ਪ੍ਰੋਬਲਮ ਹੈਗੀ ਆ, ਮੇਰੇ ਨਾਲ ਦੇ ਘਰ ਦੇ ਵਿੱਚ ਰਾਤ ਨੂੰ 200 ਬੰਦਾ ਬੜਿਆ ਜਾਂ 20 ਬੰਦੇ ਹੈਗੇ ਆ, ਇਹ ਡਰਮ ਵਜਾਈ ਜਾ ਰਿਹਾ, ਸਾਰੀ ਰਾਤ ਸੌਣ ਨਹੀਂ ਦਿੰਦੇ ਹੈਗੇ। ਉਹਦੀ ਬਜਾਏ ਪੁਲਿਸ ਨੂੰ ਫੋਨ ਕਰਨਾ ਨਹੀਂ ਠੀਕ ਹੈਗਾ? ਪੁਲਿਸ ਨੂੰ ਵੀ ਫੋਨ ਕਰ ਦਿਓ ਔਰ ਪੁਲਿਸ ਵੀ ਉੱਥੇ ਆਏਗੀ, ਪਰ ਉਹ ਕੌਂਸਲ ਦੇ ਆਫਿਸਰ ਨੂੰ ਨਾਲ ਲੈ ਕੇ ਆਏਗੀ। ਓਕੇ, ਠੀਕ ਹੈ ਨਾ। ਔਰ ਜੇ ਪੁਲਿਸ ਕੌਂਸਲ ਨੂੰ ਕਰਦੇ ਹੋ ਫਿਰ ਕੌਂਸਲ ਪੁਲਿਸ ਨੂੰ ਲੈ ਕੇ ਆਏਗੀ। ਬਿਲਕੁਲ, ਇਹ ਬਿਲਕੁਲ ਪੁਲਿਸ ਔਰ ਲੋਕਲ ਅਥਾਰਟੀ ਦੇ ਆਫਿਸਰ ਜਿਹੜੇ ਆ, ਇਨਵਾਇਰਮੈਂਟ ਹੈਲਥ ਵਾਲੇ, ਉਹ ਇਹੋ ਜਿਹੇ ਕੰਮ 'ਚ ਉਹ ਇਕੱਠੇ ਕੰਮ ਕਰਦੇ। ਹੈਲੋ ਜੀ, ਜੈ ਗੁਰਦੇਵ, ਜੈ ਪੀ ਕੌਣ ਤੇ ਕਿੱਥੇ ਸਾਹਿਬ ਜੀ। ਹਾਂਜੀ, ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਭਗਵਾਨ महाराज की जय हो। मैं गल करना चाहता दो जी। जी, नंबर 1, ਜਿਹੜੇ ਇੰਡੀਆ ਦੇ ਕਿਸਾਨ ਲੋਕ ਹੈ ਨਾ, ਉਹ ਵਿਚਾਰੇ ਮਾਰ ਖਾ ਰਹੇ ਨੇ ਜੀ। ਇਹ ਜੋ ਵੀ ਕਰ ਰਿਹਾ ਨਰਿੰਦਰ ਮੋਦੀ ਕਰ ਰਿਹਾ ਜੀ। ਹੁਣ ਇਹ ਨਹੀਂ ਸਮਝ ਆਉਂਦੀ, ਨਰਿੰਦਰ ਮੋਦੀ 26 ਜਨਵਰੀ ਮਨਾ ਰਿਹਾ ਜੀ, ਪਰ ਉਹ ਬੋਨੀ ਇਹ ਆਪਣੇ ਬੋਰਿਸ ਜੌਨਸਨ ਨੂੰ ਇਹਨੇ ਇਨਵਾਈਟ ਕੀਤਾ ਕਿ ਨਾ 26 ਜਨਵਰੀ ਜਾਓ। ਦੱਸੋ ਜੀ, ਇੱਕ ਤਾਂ ਇੰਡੀਆ ਸੱਤਿਆਨਾਸ਼ ਕਰ ਰਿਹਾ, ਜੇ ਆਪਣੇ ਆਪ ਨੂੰ ਅਮਰੀਕਾ ਚ ਇੰਗਲੈਂਡ ਚ ਬੜਾ ਬਣ ਰਿਹਾ। ਦੱਸੋ ਜੀ, ਮੈਂ ਗਲਤ ਕਿੱਥੇ ਆ? ਪਲੀਜ਼ ਜੀ। ਹਾਂਜੀ ਹਾਂਜੀ, ਦੇਖੋ ਇਹ ਹੈਗਾ ਭਾਈ ਸਾਹਿਬ, ਉਹਨਾਂ ਨੇ ਬੋਰਿਸ ਜੌਨਸਨ ਨੂੰ ਸੱਦਿਆ 26 ਜਨਵਰੀ ਨੂੰ। ਔਰ ਬਦਕਿਸਮਤੀ ਮੋਦੀ ਦੀ ਇਹ ਹੈਗੀ ਆ ਕਿ ਡੋਨਲਡ ਟਰੰਪ ਜਿਹੜਾ ਉਹ ਹਾਰ ਗਿਆ, ਨਹੀਂ ਤਾਂ ਉਹਨੂੰ ਸੱਦਣਾ ਸੀ। ਉਹ ਹਾਰ ਗਿਆ, ਮੈਂ ਮੰਨਦਾ, ਉਹ ਹਾਰ ਗਿਆ। ਉਹਨੂੰ ਜਿਹੜੇ ਨਰਿੰਦਰ ਮੋਦੀ ਆ, ਇਹ ਇੰਟਰਨੈਸ਼ਨਲ ਫਾਇਦਾ ਲੈ ਰਿਹਾ, ਪਰ ਆਪਣੇ ਇੰਡੀਆ 'ਚ ਜਿਹੜੇ ਕਿਸਾਨ ਲੋਕ ਆ ਉਹਨਾਂ ਕਿਉਂ ਦੁਖੀ ਕਰ ਰਿਹਾ? ਹਾਂ, ਦੇਖੋ ਇਹ ਬਿਲਕੁਲ ਅਸੀਂ ਪਹਿਲਾਂ ਕਹਿ ਚੁੱਕੇ, ਜੇ ਤੁਸੀਂ ਸੁਣਿਆ ਕਿ ਸਾਡੀ ਬਹੁਤ ਹਮਦਰਦੀ ਹਰ ਇੱਕ ਪ੍ਰੋਗਰਾਮ 'ਚ ਅਸੀਂ ਕਹਿੰਦੇ, ਪ੍ਰੋਗਰਾਮ ਸਪੈਸ਼ਲ ਵੀ ਅਸੀਂ ਦਿੱਤਾ ਕਿਸਾਨਾਂ ਬਾਰੇ, ਉਹਨਾਂ ਦੀ ਜਦੋਜਹਿਦ ਬਾਰੇ। ਹੁਣ ਵੀ ਅਸੀਂ ਜਿੰਨੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਔਰ ਅਸੀਂ ਬਿਲਕੁਲ ਸੋਲੀਡੈਰਿਟੀ ਨਾਲ ਕਿਸਾਨਾਂ ਦੇ ਨਾਲ ਅਸੀਂ ਮੋਢਾ ਤੇ ਮੋਢਾ ਜੋੜ ਕੇ ਅਸੀਂ ਖੜੇ ਹਾਂ। ਉਹਨਾਂ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ। ਔਰ ਜਿੱਥੋਂ ਤੱਕ ਹੈਗਾ, ਮੈਂ ਤੁਹਾਡੀ ਸਪੋਰਟ ਕਰਦਾ, ਮੈਂ ਤੁਹਾਡੇ ਨਾਲ ਜੀ। ਰਾਮ ਲਾਲ ਝੁੰਮਰ ਜੀ, ਹਾਂ ਹਾਂ, ਕੋਈ ਗਲਤੀ ਹੋਈ ਮਾਫ ਕਰਿਓ। ਅੱਛਾ, ਝੁੰਮਰ ਸਾਹਿਬ, ਅੱਛਾ। ਅਸੀਂ ਬਿਲਕੁਲ ਉਹਨਾਂ ਦੇ ਨਾਲ ਖੜੇ ਹੈਗੇ ਆ। ਔਰ ਉਹਨਾਂ ਨੇ ਡੋਨਲਡ ਟਰੰਪ ਨੂੰ ਸੱਦਣਾ ਸੀਗਾ, ਜਿੱਥੋਂ ਤੱਕ ਇਹ ਹੈਗਾ ਕਿ ਉਹ ਹਾਰ ਗਿਆ ਬਦਕਿਸਮਤੀ ਤੇ ਨਾ। ਹੁਣ ਕਿਉਂ ਜਾ ਰਿਹਾ 26 ਜਨਵਰੀ ਮਨਾਉਣੇ, ਨਹੀਂ ਕੋਈ ਲੋੜ ਜਾਣ ਦੀ। ਬਸ ਇਹ ਹੈਗਾ, ਇਹ ਜਾ ਇਸ ਕਰਕੇ ਰਿਹਾ ਹੈਗਾ ਕਿ ਗੌਰਮੈਂਟ ਦੇ ਵਿੱਚ ਮੋਦੀ ਦੀ ਇੱਥੇ ਵੀ ਭਾਈਵਾਰੀ ਹੈਗੀ ਹੈ, ਇੱਥੇ ਵੀ ਸਾਂਝ ਹੈਗੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਠੀਕ ਹੈ ਨਾ। ਖਾਸ ਤੌਰ 'ਤੇ 2-3-4 ਮਿਨਿਸਟਰ ਜਿਹੜੇ ਹੈਗੇ ਆ, ਉਹ ਖਾਸ ਤੌਰ 'ਤੇ ਮੋਦੀ ਦੇ ਚਾਚੇ ਭਤੀਜੇ ਹੈਗੇ ਆ। ਹਾਂਜੀ ਜੀ। ਸੋ ਪਿਆਰੇ, ਬਾਕੀ ਆਪਾਂ ਨੂੰ ਆਸ ਕਰਨੀ ਚਾਹੀਦੀ ਹੈ ਕਿ 26 ਜਨਵਰੀ ਤੱਕ ਜਿਹੜਾ ਕਿਸਾਨਾਂ ਦਾ ਮਸਲਾ ਖਾਸ ਕਰਕੇ ਹੈਗਾ, ਉਸ ਵਿੱਚ ਕਿਸਾਨ ਕਾਮਯਾਬ ਹੋਣ ਔਰ ਜਿਹੜਾ ਮਸਲਾ ਹੈਗਾ ਬਿਲਕੁਲ ਨਿਜੱਠ ਹੋ ਜਾਵੇ। ਪਰ ਜਿਹੜੇ ਮਸਲੇ ਤਾਂ ਹੋਰ ਵੀ ਬਹੁਤ ਹੈਗੇ ਜਿਹੜੇ ਜ਼ਰੂਰੀ ਆ, ਪਬਲਿਕ ਦੇ ਹਿੱਤ ਵਿੱਚ ਹੋਣੇ ਚਾਹੀਦੇ ਆ, ਜਿੱਥੇ ਕਿ ਮੋਦੀ ਸਰਕਾਰ ਜਿਹੜੀ ਉਹ ਫੇਲ ਹੋਈ ਆ।
ਹਾਂ ਬਿਲਕੁਲ ਹੈ ਜੀ। ਮੈਂ ਪਿਆਰੇ ਦਰਸ਼ਕੋ ਦੱਸ ਰਿਹਾ ਸੀਗਾ ਕਿ ਐਂਟੀ ਸੋਸ਼ਲ ਬਿਹੇਵੀਅਰ ਉਹਦੇ ਵਿੱਚ ਇੱਕ ਗੱਲ ਦਵਿੰਦਰ ਜੀ, ਪਿਆਰੇ ਦਰਸ਼ਕੋ ਬਿਲਕੁਲ ਤੁਸੀਂ ਖਿਆਲ ਨਾਲ ਸੁਣਿਓ, ਕਈ ਦਫਾ ਹੀ ਕਹਿੰਦੇ ਆ ਕਿ ਸਾਡਾ ਰੌਲਾ ਤਾਂ ਇੰਨਾ ਜ਼ਿਆਦਾ ਨਹੀਂ ਹੈਗਾ, ਅਸੀਂ ਰੌਲਾ ਪਾਉਂਦੇ ਹੀ ਨਹੀਂ ਜੀ, ਸਾਡਾ ਕੁਝ ਵੀ ਨਹੀਂ ਹੋਇਆ ਹੈਗਾ। ਔਰ ਇਹ ਗੱਲ ਤੁਸੀਂ ਦਿਲ 'ਚੋਂ ਕੱਢ ਦਿਓ ਭਈ ਕੋਈ ਐਕਸ਼ਨ ਨਹੀਂ ਆਏਗਾ। ਇਸ ਵੇਲੇ ਟੈਕਨੋਲੋਜੀ ਸਾਇੰਸ ਬਹੁਤ ਵੱਧ ਗਈ ਹੋਆ, ਮਸ਼ੀਨਾਂ ਹੁੰਦੀਆਂ ਜੀ, ਕੌਂਸਲ ਦੇ ਕੋਲ ਮਸ਼ੀਨਾਂ ਆ, ਔਰ ਉਹ ਮਸ਼ੀਨ ਜਿਹੜੀ ਆ ਨਾਲ ਦੇ ਘਰ ਦੇ ਵਿੱਚ ਲਾ ਕੇ ਲੈਵਲ ਆਫ ਨੋਇਜ਼ ਉਹਨੂੰ ਇਹ ਆ ਕਿ ਮੇਜਰਮੈਂਟ ਕਰ ਲੈਂਦੇ ਆ। ਨੋਇਜ਼ ਅਟੈਨੂਏਸ਼ਨ ਉਹਦਾ ਨਾਂ ਹੈਗਾ ਮਸ਼ੀਨ ਦਾ ਨਾਂ, ਔਰ ਨੋਇਜ਼ ਲਾ ਕੇ ਉਹ ਮਸ਼ੀਨ ਜਿਹੜੀ ਆ ਉਹਨੂੰ ਟੈਸਟ ਕਰ ਲੈਂਦੇ ਆ। ਜੇ ਇੱਕ ਦੋ ਵਾਰੀ ਪੁਲਿਸ ਔਰ ਲੋਕਲ ਅਥਾਰਟੀ ਦੇ ਇੰਸਪੈਕਟਰ ਨੇ ਆ ਕੇ ਤੁਹਾਨੂੰ ਬੰਦ ਕੀਤਾ, ਤੁਸੀਂ ਨਹੀਂ ਹੋਏ, ਦੁਬਾਰਾ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਸ਼ੁਰੂ ਕਰ ਲਿਆ, ਫਿਰ ਆ ਗਏ, ਉਹਨਾਂ ਨੇ ਆ ਕੇ ਹੋ ਸਕਦਾ ਦੂਈ ਦਫਾ ਤੁਹਾਡਾ ਚਲਾਨ ਕਰ ਦੂਗੇ, ਕੋਰਟ 'ਚ ਲੈ ਜਾਊਗੇ, ਜੁਰਮਾਨਾ ਹੋਏਗਾ, ਕੀ ਫਾਇਦਾ ਹੈਗਾ। ਸੋ ਇਸ ਕਰਕੇ ਜਿਹੜੀਆਂ ਹੈਗੀਆਂ ਲੇਟ ਨਾਈਟ ਪਾਰਟੀਆਂ ਔਰ ਜਿਹੜੇ ਹੈਗੇ ਆ ਨੈਕਸਟ ਡੋਰ ਨੇਬਰ ਉਹਨੂੰ ਕਹਿੰਦੇ ਆ, ਨੇਬਰਸ ਫਰੋਮ ਹੈਲਸ ਹੈ ਜੀ, ਗੋਰੇ ਕਹਿੰਦੇ ਆ। ਔਰ ਇਸ ਕਰਕੇ ਆ ਕਿ ਹੈਲੋ ਜੀ, ਜੈ ਗੁਰਦੇਵ, ਜੈ ਪੀ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ, ਗੁੱਡ ਈਵਨਿੰਗ ਜੀ। ਹੈਲੋ ਜੀ, ਕੌਣ ਸਾਹਿਬ ਜੀ? ਮੈਂ ਮੁਹੰਮਦ ਇਜਾਜ਼ ਬੋਲ ਰਿਹਾ ਇੱਥੋਂ ਬਰਮਿੰਘਮ ਤੋਂ। ਹਾਂਜੀ ਮੁਹੰਮਦ ਇਜਾਜ਼ ਜੀ, ਥੋੜ੍ਹਾ ਜਿਹਾ ਨਾ ਤੁਸੀਂ ਆਵਾਜ਼ ਆਪਣੀ ਉੱਚੀ ਰੱਖਿਆ ਕਰੋ, ਟੈਲੀਫੋਨ ਮੂੰਹ ਦੇ ਲਾਗੇ, ਤੁਹਾਡੀ ਆਵਾਜ਼ ਥੋੜ੍ਹੀ ਆ ਰਹੀ, ਠੀਕ ਆ ਰਹੀ ਹੈ? ਹਾਂਜੀ ਹਾਂਜੀ, ਤੁਸੀਂ ਹਾਂਜੀ ਬੋਲੋ, ਕੀ ਕਹਿਣਾ ਚਾਹੁੰਦੇ ਆ? ਇਹ ਪ੍ਰੋਗਰਾਮ ਦੇ ਸ਼ੁਰੂ ਹੀ ਤੁਸੀਂ ਕ੍ਰਿਸਮਸ ਦੇ ਦਾ ਜ਼ਿਕਰ ਕੀਤਾ, ਫਿਰ ਕ੍ਰਿਸਮਸ ਦੇ ਬਾਰੇ ਹੀ ਦੱਸਿਆ ਕਿ ਮਤਲਬ ਕਿ ਸਾਰੇ ਮਜ਼ਹਬਾਂ ਦਾ ਸਾਂਝਾ ਤਿਉਹਾਰ ਹੈ, ਨਹੀਂ ਕਿ ਸਿਰਫ ਈਸਾਈਆਂ ਵਾਸਤੇ ਜਾਂ ਲੋਕਾਂ ਵਾਸਤੇ ਵੀ, ਇਹਨੂੰ ਸਾਰੇ ਮਤਲਬ ਅਸੀਂ ਇੱਕ ਸਾਂਝਾ ਤਿਉਹਾਰ ਸਮਝਦੇ ਹਾਂ। ਮੇਰੇ ਵੱਲੋਂ ਕਾਂਸ਼ੀ ਤੁਹਾਡੇ ਟੀਵੀ ਚੈਨਲ ਦੀ ਤੇ ਜਿੰਨੇ ਦੇਖਣ ਵਾਲੇ ਨੇ ਜਾਂ ਸੁਣਨ ਵਾਲੇ ਨੇ ਬੜੀ ਮੁਬਾਰਕਬਾਦ ਹੋਇਆ ਜੀ। ਹਫਤਾ ਪਿਆ ਲੇਕਿਨ ਕ੍ਰਿਸਮਸ ਦੇ ਮੈਂ ਦੇਖਿਆ ਸਾਡੇ ਇੱਕ ਘਰ ਦੇ ਨਜ਼ਦੀਕ ਲੋਕਾਂ ਨੇ ਘਰ ਸਜਾਣੇ ਸ਼ੁਰੂ ਕਰਤੇ ਨੇ, ਲਾਈਟਾਂ ਲਾਉਣੀਆਂ ਸ਼ੁਰੂ ਕਰਤੀਆਂ ਨੇ, ਕ੍ਰਿਸਮਸ ਕਾਰਡ ਵੀ ਆਣੇ ਸ਼ੁਰੂ ਹੋ ਗਏ ਨੇ। ਤੇ ਇਸ ਵਾਸਤੇ ਮੈਂ ਕਿਹਾ ਚਲੋ ਅੱਜ ਕ੍ਰਿਸਮਸ ਦੀ ਮੁਬਾਰਕਬਾਦ ਦੇ ਦਈਏ, ਕਿਉਂਕਿ ਜੀ ਜੀ ਥੈਂਕ ਯੂ। ਹਾਂਜੀ ਥੈਂਕ ਯੂ, ਵੈਰੀ ਨਾਈਸ। ਹਾਂਜੀ ਆਪਾਂ ਸਾਰੇ ਮਨਾਉਂਦੇ ਆਏ ਹਾਂ, ਮਨਾਉਂਦੇ ਰਹਿਣਾ ਹੈਗਾ। ਇਹ ਆ ਕਿ ਦੁਨੀਆ ਦੇ ਵਿੱਚ ਮਹਾਮਾਰੀ ਆ, ਇਹਦਾ ਅੰਤ ਵੀ ਪਿਆਰੇ ਦਰਸ਼ਕੋ ਹੋ ਜਾਣਾ। ਅਗਲੀ ਕ੍ਰਿਸਮਸ ਬੜੀ ਹਰੀ ਭਰੀ ਔਰ ਖੁਸ਼ੀਆਂ ਭਰੀ ਆਏਗੀ, ਅਸੀਂ ਉਮੀਦ ਰੱਖਦੇ ਹਾਂ, ਕਿਉਂਕਿ ਇਸ ਵੇਲੇ ਟੀਕੇ ਲੱਗਣੇ ਸ਼ੁਰੂ ਹੋ ਗਏ। ਦਵਿੰਦਰ ਜੀ, ਤੁਸੀਂ ਨੋਇਜ਼ ਵਗੈਰਾ ਕੁਝ ਬਾਰੇ ਕੁਝ ਕਹਿਣਾ? ਨੋਇਜ਼ ਦਾ ਤੁਸੀਂ ਕਾਫੀ ਕੁਝ ਕਹਿ ਹੀ ਦਿੱਤਾ। ਹੁਣ ਇਹਦੇ ਵਿੱਚ ਆਪਣੇ ਇਹਨਾਂ ਛੁੱਟੀਆਂ ਦੇ ਵਿੱਚ ਨਾ ਫਲਾਈਂਗ ਟਿਪਸ ਵਗੈਰਾ ਵੀ ਬਹੁਤ ਕਰਦੇ ਹੁੰਦੇ, ਸਮਾਨ ਜਿਹੜਾ ਸਿੱਟਦੇ, ਰਬਿਸ਼ ਸਿੱਟ ਦਿੰਦੇ, ਖਲਾਰਾ ਦਿੰਦੇ ਆ। ਹਾਂ, ਉਹਦੇ ਬਾਰੇ ਵੀ ਮੈਂ ਦੱਸ ਦਿੰਦਾ। ਆਪਣੇ ਘਰੋਂ ਚੱਕ ਕੇ ਬਾਹਰ ਸਿੱਟੇ ਹੁੰਦੇ, ਸੜਕਾਂ ਦੇ ਉੱਤੇ ਸਿੱਟ ਦਿੰਦੇ ਆ, ਆਪਣੇ ਸਫਾਈ ਕਰ ਲੈਂਦੇ ਘਰਾਂ ਦੀ। ਬਿਲਕੁਲ, ਇਹਦੇ ਲਈ ਪਿਆਰੇ ਦਰਸ਼ਕੋ ਇਹ ਆ ਵੀ ਜਿਹੜੇ ਕੂੜਾ ਹੈਗਾ ਤੁਸੀਂ ਕਿਤੇ ਵੀ ਸੁੱਟਦੇ ਹੈਗੇ ਆ, ਇਸ ਵੇਲੇ ਕੌਂਸਲ ਜਿਹੜੀ ਆ ਹਰ ਇੱਕ ਇਲਾਕੇ ਦੀ ਕੌਂਸਲ ਹੈਗੇ, ਉਹਨਾਂ ਦੇ ਕੋਲ ਇਸ ਵੇਲੇ ਇੰਨੇ ਜਰੀਏ ਨਹੀਂ ਜਾਂ ਇੰਨਾ ਕੰਮ ਨਹੀਂ ਹੈਗਾ ਕੰਮ ਕਰਨੇ ਨੂੰ ਕਿ ਉਹ ਸਾਰਾ ਕੂੜਾ ਇਕੱਠਾ ਕਰ ਸਕਣ। ਹੈਲੋ ਜੀ, ਜੈ ਗੁਰਦੇਵ, ਜੈ ਪੀ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਭੀਮ ਤੇ ਜੈ ਗੁਰਦੇਵ, ਜੈ ਭਾਰਤ ਜੀ। ਹਾਂਜੀ ਪ੍ਰੇਮ ਮਾਨ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ ਜੀ। ਦੇਖੋ ਜੀ, ਤੁਸੀਂ ਤਾਂ ਕ੍ਰਿਸਮਸ ਵੀ ਮਨਾ ਰਹੇ ਆ ਤੇ ਇੱਕ ਹੋਰ ਵੀ ਕਈ ਮੁੱਦੇ ਛੇੜੇ ਆ। ਤੇ ਕ੍ਰਿਸਮਸ ਜਿਹੜੀ ਹੈ ਨਾ, ਉਹ ਦੇਖੋ ਇੱਥੇ ਦਾ ਸਾਂਝਾ ਫੈਸਟੀਵਲ ਹੈਗਾ ਆ ਜੀ ਜੀ, ਤੇ ਸਾਰਿਆਂ ਨੂੰ ਉਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ, ਲੇਕਿਨ ਉੱਥੇ ਤੱਕ ਇਨਵੋਲਵ ਕਰਨਾ ਚਾਹੀਦਾ ਆਪਣੇ ਆਪ ਨੂੰ ਤੇ ਡਰਿੰਕ ਐਂਡ ਡਰਾਈਵ ਦੇ ਵਿੱਚ ਵੀ ਜੀ ਜੀ। ਤੇ ਕਿਉਂਕਿ ਸ਼ਰਾਬ ਪੀ ਕੇ ਤੁਸੀਂ ਆਪ ਤਾਂ ਐਕਸੀਡੈਂਟ ਵੀ ਕਰ ਸਕਦੇ ਆ, ਬੱਚੇ ਵੀ ਗੱਡੀ 'ਚ ਬੈਠੇ ਹੋਣ ਜੀ। ਤੇ ਇੱਕ ਇਹ ਗੱਲ ਹੈਗੀ ਆ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਇੰਡੀਆ ਦੇ ਵਿੱਚ ਇਸ ਵੇਲੇ ਹੋ ਰਹੀ ਹੈ ਨਾ, ਉਹ ਤੁਹਾਨੂੰ ਵੀ ਪਤਾ ਹੈਗਾ ਕਿ ਬਹੁਤ ਸੀਰੀਅਸ ਮਤਲਬ ਉੱਥੇ ਮੁੱਦਾ ਚੱਲ ਰਿਹਾ ਜੀ। ਉਹ ਸਿਰਫ ਇਕੱਲਾ ਕਿਸਾਨਾਂ ਦਾ ਨਹੀਂ ਹੈਗਾ, ਉਹ ਸਿਰਫ ਸਾਰੇ ਪੂਰੇ ਭਾਰਤ ਦਾ ਆ। ਜਿਹੜੇ ਵੀ ਉਹਦੇ ਵਿੱਚ ਮਜ਼ਦੂਰ ਵੀ ਆ ਜਾਂਦੇ, ਉਹਦੇ ਵਿੱਚ ਬਿਜ਼ਨਸਮੈਨ ਵੀ, ਸਾਰਿਆਂ ਲਈ ਆ ਉਹ, ਤੇ ਹਰੇਕ ਬੰਦੇ ਲਈ ਉਹਦੇ ਵਿੱਚ ਨੁਕਸਾਨ ਹੈਗਾ ਆ ਜੀ। ਤੇ ਇੱਥੇ ਤੇ ਜਿਹੜਾ ਹੈ, ਜਿੱਦਾਂ ਹੁਣੇ ਗੱਲ ਆ, ਜੌਨਸਨ ਜਾ ਰਿਹਾ ਉੱਥੇ 26 ਜਨਵਰੀ ਨੂੰ, ਲੇਕਿਨ ਇਹਨੂੰ ਵੀ ਨਹੀਂ ਇਹਨੂੰ ਚਾਹੀਦਾ ਨਹੀਂ, ਕਿਉਂਕਿ ਇੰਡੀਆ ਵਾਲਿਆਂ ਨੇ, ਇੰਡੀਆ ਗੌਰਮੈਂਟ ਨੇ ਜਿਹੜੇ ਹਿਊਮਨ ਰਾਈਟ ਜਿਹੜੀ ਉੱਥੇ ਦੀਆਂ ਸੰਸਥਾਵਾਂ ਆ, ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਉੱਥੋਂ। ਦੇਖੋ ਉੱਥੇ ਹਿਊਮਨ ਰਾਈਟ ਜਿਹੜਾ ਆ ਉੱਥੇ ਬਹੁਤ ਮਤਲਬ ਇਸ ਵੇਲੇ ਡੇਂਜਰ 'ਚ ਆ, ਕੋਈ ਉੱਥੇ ਇਨਸਾਨ ਦੀ ਕੋਈ ਕਦਰ ਨਹੀਂ ਹੈਗੀ। ਤੇ ਇਸ ਗੌਰਮੈਂਟ ਨੂੰ ਵੀ ਚਾਹੀਦਾ ਹੈ ਕਿ ਉੱਥੇ ਉਹ ਐਕਸ਼ਨ ਲੈਣਾ ਚਾਹੀਦਾ ਹੈਗਾ ਆ। ਔਰ ਦੂਸਰਾ, ਇਹਨਾਂ ਨੂੰ ਆਪਣੇ ਵਪਾਰ ਦੇ ਨਾਲ ਆ, ਇਹਨਾਂ ਨੂੰ ਇਨਸਾਨੀਅਤ ਦੇ ਨਾਲ ਕੋਈ ਨਹੀਂ, ਕਿਉਂਕਿ ਇਹਨਾਂ ਨੂੰ ਚਾਹੀਦਾ ਬਾਈਕਾਟ ਕਰਨਾ, ਉੱਥੇ ਜਾਣਾ ਨਹੀਂ ਚਾਹੀਦਾ 26 ਜਨਵਰੀ ਨੂੰ, ਕਿਉਂਕਿ ਜਦ ਉੱਥੇ ਹਿਊਮਨ ਰਾਈਟ ਦੀ ਕੋਈ ਵੀ ਕਦਰ ਨਹੀਂ ਹੈਗੀ ਤਾਂ ਫਿਰ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ।
ਠੀਕ ਨਹੀਂ, ਨੰਬਰ 1। ਦੂਸਰੀ ਹੈਗੀ ਆ ਜਿਹੜੇ ਹੁਣ ਆਪਣੇ ਕ੍ਰਿਸਮਸ ਦੇ ਡਰਿੰਕ ਐਂਡ ਡਰਾਈਵ ਦੀ ਗੱਲ ਹੈ ਨਾ, तो ड्रिंक एंड ड्राइव तो हर एक आदमी चाहिए कि मतलब नहीं चल करना चाहिए, पर एक पंजाबी सीगा तुहानू मैं दसदा वो पार्टी च चला गया, क्रिसमस की पार्टी रखी सी किसी ने, ते वो कहंदा भी घर वाली नू मिसिस नू कहंदा भी तू भी मेरे नाल चल, ते नाल उन्हां दे छोटा जिहा काका सीगा उन्हें कहंदा इनू भी नाल लै ला जी, ते गड्डी चले गया वो बैठ के, ते उन्हें 5-7 गिलासियां लाइयां वो, तो वो अपनी घर वाली नू कहंदा भी तू भी ला ला 2 गिलासियां, ते नाल ही वो कहंदा भी इदां कर भी काके नू भी गिलासी पिला दे, ते उन्हें की कीता जिस वेले गड्डी चला रहा तो पुलिस वाले ने मोरे घेर लिया जी, तो पुलिस वाले कहंदा भूमड़ा भर, भूमड़ा भरिया जी वो लाल हो गया, वो लाल हो गया, तो वो कहंदा भी थोड़ा भूमड़ा खराब आ, वो फिर कहंदा कि जे मेरे ते यकीन नहीं तो मेरे घर वाली तो बुला के देखो, उन्हें भी भराया, वो तो भी उन्हें फूक मारी, वो भी लाल हो गया। अच्छा, वो कहंदा मैं तुहानू दस्सिया भूमड़ा खराब है, कहंदा जे इत्ते भी यकीन नहीं तो काके तो भरा के देखो, वो काके ने भी पीती सी गिलासी जब मारिया तो वो भी लाल हो गया। अच्छा, वो पुलिस वाला कहंदा भाई साहब जाओ तुसी, साडा भूमड़ा ही खराब है, तो गल ये गल ना करनी चाहिए बंदे नू, तो उन्नी को पीओ जिन्नी कि मतलब वीरवाल पींदा हुंदा सी। हां जी, ते बाकी ये तुहाडा प्रोग्राम बहुत वधिया है कि क्रिसमस दी ते नवें साल दी तुहानू भी बधाइयां ते सारिਆਂ ਨੂੰ, ਤੇ ਬਾਕੀ ਇੰਡੀਆ ਦੇ ਜਿਹੜੇ ਹੋ ਰਿਹਾ ਨਾ ਹਾਲਤ, ਉਹਦੇ ਵਾਸਤੇ ਸਾਰਿਆਂ ਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ, ਕਿ ਸੀਰੀਅਸ ਹੋਣਾ ਚਾਹੀਦਾ, ਕਿਉਂਕਿ ਇੰਡੀਆ ਦੇ ਵਿੱਚ ਮਜ਼ਦੂਰਾਂ ਦੀ, ਕਿਸਾਨਾਂ ਦੀ ਤੇ ਸਾਰੇ ਵਰਗਾਂ ਨੂੰ ਇਹਨਾਂ ਨੇ, ਇਹ ਆਰਐਸਐਸ ਨੇ ਤੇ ਬੀਜੇਪੀ ਨੇ ਇਸ ਵੇਲੇ ਖਰਾਬ ਕੀਤਾ ਹੋਇਆ ਜੀ। ਆਉਣ ਵਾਲੇ ਟਾਈਮ ਦੇ ਵਿੱਚ ਅਗਰ ਕਨਸਟੀਟਿਊਸ਼ਨ ਨਾ ਰਿਹਾ ਤੇ ਇਹ ਇਹਨਾਂ ਨੇ ਆ ਜਿਹੜਾ ਹੁਣ ਲਾਸਟ ਚਾਂਸ ਆ, ਅਗਰ ਬਾਕੀ ਜਿਹੜੇ ਕਿਸਾਨ ਇਹਨਾਂ ਦੀ, ਇਹਨਾਂ ਨੇ ਜਿਹੜੀ ਐਜੀਟੇਸ਼ਨ ਹੈ ਉਹਨੂੰ ਤੋੜ ਦਿੱਤਾ ਕਿਸੇ ਤਰੀਕੇ ਦੇ ਨਾਲ, ਫਿਰ ਦੁਬਾਰਾ ਕਿਸੇ ਕੋਲ ਰਾਈਟ ਨਹੀਂ ਰਹਿਣਾ ਪਿਓ ਤੇ ਐਜੀਟੇਸ਼ਨ ਕਰੂਗਾ ਕੋਈ। ਥੈਂਕ ਯੂ ਜੀ, ਇਹ ਨਹੀਂ ਕਹਿੰਦਾ ਹੋਇਆ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਵੈਰੀ ਨਾਈਸ ਪ੍ਰੋਗਰਾਮ। ਪਿਆਰੇ ਦਰਸ਼ਕੋ, ਇੱਕ ਮੈਂ ਗੱਲ ਇੱਥੇ ਦੱਸ ਦੇਣੀ ਚਾਹੁੰਦਾ ਹਾਂ ਕਿ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਰਾਈਟ ਹੁੰਦਾ ਕਿ ਉਹ ਕਿਸੇ ਦਿਨ ਦੀ ਡਿਬੇਟ ਦੇ ਵਿੱਚ ਐਮਰਜੈਂਸੀ ਤੌਰ ਤੇ ਕੋਈ ਗੱਲ ਵੀ ਪੇਸ਼ ਕਰਨੀ ਆ, ਕੋਈ ਉਹਨਾਂ ਨੇ ਮਤਾ ਪੇਸ਼ ਕਰਨਾ, ਉਹ 'ਤੇ ਬਹਿਸ ਕਰ ਸਕਦੇ ਆ। ਔਰ ਇਸ ਲਈ 6 ਐਮਪੀਆਂ ਨੇ ਲਿਖ ਕੇ ਦਿੱਤਾ ਆ, ਔਰ ਇਹ ਆ ਕਿ ਇੰਟਰਨੈਟ ਦੇ ਉੱਤੇ ਇੱਕ ਗੱਲ ਚੱਲ ਰਹੀ ਆ ਕਿ ਆਪਣੇ ਆਪਣੇ ਮੈਂਬਰ ਆਫ ਪਾਰਲੀਮੈਂਟ ਨੂੰ ਲਿਖੋ ਕਿ ਉਹ ਵੀ ਉਸ ਮਤੇ ਦੇ ਉੱਤੇ ਉਹ ਸਾਈਨ ਕਰਨ ਔਰ ਉਸ ਮਤੇ ਦੇ ਹੱਕ ਦੇ ਵਿੱਚ ਵੋਟ ਪਾਉਣ। ਜੀ ਜੀ हाँ जी, इसलिए वो इंटरनेट के उत्ते चल रहा है। हाँ जी, इंटरनेट पे चल रहा, वो तो भेज दी है। और वो अपने अपने एमपीआं नू जरूर लिखो कि उस मते दे उत्ते जो किसानां दा मसला हैगा वो पार्लीमेंट दे विच बहस होएगी इत्थे। हाँ जी, थैंक यू वेरी मच फॉर योर पार्टिसिपेशन। अच्छा प्यारे दर्शकों, मैं वेरी क्विकली, क्योंकि टाइम भी बड़ा तेज जा रहा, मैं कोशिश कर रहा हैगा बहुत सारिया गल्लां हैगियां जिहड़ियां कवर करनियां। जिथों तक फ्लाई टिपिंग दा हैगा दविंदर जी, कई दफ़ा उत्थे कैमरे लगे हुंदे, लोग कैमरे भी नहीं देखते, कई दफ़ा कूड़ा सुट के जाते, वो चिट्ठियां तो पता लग जाता हाँ कित्थों आईयां, और ये आ कि बहुत सारे लोग फड़े गए हैं इहो जिहे काम करते, और उन्होंने जुर्माना भी बहुत बहुत होया। हेलो जी, जय गुरदेव, जय भीम। कौन ते कित्थों साहब जी? जय गुरदेव, जय भीम जी। हाँ जी साहब, कौन जी? मैं बलविंदर बोलदा जी, बैरकम तो। हाँ जी दविंदर जी, थोड़ा स्वागत है जी। बलविंदर जी, ਅਸੀਂ ਤਕਰੀਬਨ ਲੋਟਸ ਟੀਵੀ, ਕਾਂਚੀ ਟੀਵੀ, ਤੁਹਾਡੇ ਜਿਹੜੇ ਪ੍ਰੋਗਰਾਮ ਸਾਰੇ ਦੇਖੀਦੇ ਜੀ, ਬਹੁਤ ਵਧੀਆ ਹੁੰਦੇ ਆ। ਬਿਸ਼ਨ ਦਾਸ ਬੈਨ ਸਾਹਿਬ ਔਰ ਐਡੀਟਰ ਸਾਹਿਬ, ਥੈਂਕ ਯੂ ਜੀ, ਥੈਂਕ ਯੂ ਜੀ। ਤੇ ਜਿਸ ਤਰ੍ਹਾਂ ਕਾਫੀ ਕਾਲਾਂ ਆਉਣੀਆਂ ਕਿ ਸਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈਗਾ, ਤੇ ਇਹ ਬਹੁਤ ਸੀਰੀਅਸ ਮੁੱਦਾ ਹੈਗਾ। ਤਾਂ ਮੈਂ ਜੋ ਅੰਬੇਡਕਰੀਆਂ ਦਾ ਜਿਹੜਾ ਇਤਿਹਾਸ ਪੜ੍ਹਿਆ ਹੈਗਾ, ਤੇ ਇਹ ਸੁਚੇਤ ਹਮੇਸ਼ਾ ਲੋਕਾਂ ਨੂੰ ਸੁਚੇਤ ਕਰਦੇ ਰਹੇ ਆਪਣੀਆਂ ਅਖਬਾਰਾਂ ਰਾਹੀਂ, ਜਿੱਦਾਂ ਹੁਣ ਟੀਵੀ ਚੱਲ ਰਿਹਾ, ਕਾਂਚੀ ਟੀਵੀ, ਇਹਦੇ ਰਾਹੀਂ ਮੈਂ ਇਹ ਦੇਖਿਆ ਕਿ ਜਿੰਨੀ ਜਾਣਕਾਰੀ ਇਹਨਾਂ ਨੂੰ ਹੈ, ਤੁਹਾਨੂੰ ਜਾਂ ਹੋਰ ਸਾਥੀਆਂ ਨੂੰ, ਜਿੰਨਾ ਇਹਨਾਂ ਨੇ ਸੰਕੇਤ ਦਿੱਤੇ, ਪਰ ਜਿਹੜੇ ਭਾਰਤ ਦਾ ਇੱਕ ਜਾਤ-ਪਾਤ ਸਿਸਟਮ ਆ ਨਾ, ਉਹ ਲੋਕ ਅੰਬੇਡਕਰੀਆਂ ਦੀ ਵਿਚਾਰਧਾਰਾ ਨੂੰ ਸਮਝ ਨਹੀਂ ਸਕੇ। ਜਿਹੜੇ ਜੇਕਰ ਉਹ ਸਮਝੀ ਹੁੰਦੀ ਤਾਂ ਅੱਜ ਆ ਮੌਕਾ ਦੇਖਣਾ ਨਾ ਪੈਂਦਾ, ਜਿਸ ਹਿਸਾਬ ਨਾਲ ਤੁਸੀਂ ਹਮੇਸ਼ਾ ਪ੍ਰੋਗਰਾਮ ਦਿੰਦੇ ਆ। ਇਹਨਾਂ ਲੋਕਾਂ ਨੂੰ ਇਹ ਮੌਕੇ ਨਾ ਦੇਖਣੇ ਪੈਂਦੇ, ਕਿਉਂਕਿ ਜਾਤੀ ਪਾਤੀ ਸਿਸਟਮ, ਉੱਚ ਵਰਗ ਸਿਸਟਮ ਹਮੇਸ਼ਾ, ਜਾਣੀ ਕਿ ਜਿਹੜੇ ਉੱਚ ਵਰਗ ਦੇ ਲੋਕ ਆ, ਇਹਨਾਂ ਨੇ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਅਕੋਰਡਿੰਗ ਬ੍ਰਾਹਮਣਵਾਦੀਆਂ ਦਾ ਸਾਥ ਦਿੱਤਾ। ਇੰਨਾ ਮੈਂ ਕਹਿਣਾ ਚਾਹੁੰਦਾ ਜੀ ਇਸ ਕਾਲ ਰਾਹੀਂ। ਬਿਲਕੁਲ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਬਿਲਕੁਲ ਗੱਲ ਸਹੀ ਹੈ ਤੁਹਾਡੀ ਜੀ।
ਔਰ ਬੜਾ ਸੀਰੀਅਸ ਇਸ਼ੂ ਆ ਜਿਹੜਾ ਤੁਸੀਂ ਰੇਜ਼ ਕਰਦੇ ਆ ਔਰ ਇਹ ਕੋਈ ਲੁਕੀ ਛੁਕੀ ਗੱਲ ਨਹੀਂ ਹੈਗੀ ਪਿਆਰੇ ਦਰਸ਼ਕੋ। ਇਹ ਜਾਤ ਪਾਤ ਜਿਹੜੀ ਆ ਅਸੀਂ ਜਿੱਥੇ ਵੀ ਗਏ ਆ ਦੁਨੀਆ ਦੇ ਵਿੱਚ ਸਾਡੇ ਮਗਰ ਜਿਸ ਤਰ੍ਹਾਂ ਬੱਕਰੀ ਦੇ ਮਗਰ ਛੇਲੀ ਤੁਰੀ ਹੁੰਦੀ ਆ, ਇਸੇ ਤਰ੍ਹਾਂ ਜਾਤ ਪਾਤ ਬਾਹਰਲੇ ਮੁਲਕਾਂ 'ਚ ਵੀ ਆ, ਇਸ ਮੁਲਕ 'ਚ ਵੀ ਆ, ਅਮਰੀਕਾ 'ਚ ਵੀ ਆ, ਕਿਤੇ ਵੀ ਚੱਲ ਜਾਓ ਜਾਤ ਪਾਤ ਸਾਡਾ ਪਿੱਛਾ ਨਹੀਂ ਛੱਡਦੀ ਇਹ ਗੱਲ। ਔਰ ਦੂਸਰਾ ਇਹ ਆ ਕਿ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਪ੍ਰਾਈਡ ਵਰਸਸ ਪ੍ਰੈਜੁਡਿਸ ਇਹਦੇ ਵਿੱਚ ਖਾਸ ਤੌਰ 'ਤੇ ਪਿਆਰੇ ਦਰਸ਼ਕੋ ਮੈਂ ਮੈਂਸ਼ਨ ਕੀਤਾ ਆ ਕਿ ਜਿੱਥੇ ਵੀ ਅਸੀਂ ਗਏ ਆ, ਜਿੰਨੇ ਵੀ ਸਾਡੇ ਅਦਾਰੇ ਹੈਗੇ ਆ, ਗੁਰਦੁਆਰੇ ਆ, ਕਮਿਊਨਿਟੀ ਸੈਂਟਰਸ ਹਨ ਜਾਂ ਕੋਈ ਹੋਰ ਸੰਸਥਾ ਹੈਗੀਆਂ, ਉਹ ਸਾਡੀਆਂ ਸਾਰੀਆਂ ਦੀਆਂ ਸਾਰੀਆਂ ਹੀ ਜਾਤ ਪਾਤ ਦੇ ਬੇਸ 'ਤੇ ਹਨ। ਔਰ ਨਾਲ ਹੀ ਇਹ ਆ ਕਿ ਭਾਈ ਸਾਹਿਬ ਜਿਹੜੇ ਹੁਣ ਬਰਗਾਮੋ ਤੋਂ ਕਹਿ ਕੇ ਗਏ ਇਟਲੀ ਤੋਂ, ਉਹ ਇਹ ਆ ਕਿ ਇੰਡੀਆ ਦੇ ਵਿੱਚ ਤੁਸੀਂ ਇਹ ਦੇਖੋ ਨਾ ਭਾਈ ਉੱਥੇ ਜ਼ਿਮੀਦਾਰ ਹੀ ਵੱਜਦੇ ਆ, ਦੂਜੇ ਲੋਕ ਸਾਥ ਨਹੀਂ ਦੇ ਰਹੇ। ਉਹਦੀ ਵਜ੍ਹਾ ਇਹ ਆ ਕਿ ਹੁਣੇ ਹੀ ਤਾਂ ਅਕਾਲੀਆਂ ਦੇ ਵਿੱਚੋਂ 2 ਮੰਤਰੀ ਅਸਤੀਫਾ ਦੇ ਕੇ ਆਏ ਆ ਬੀਜੇਪੀ ਦੀ ਸਰਕਾਰ ਤੋਂ, ਹੈ ਜੀ। ਔਰ ਜਦੋਂ ਦੀ ਬੀਜੇਪੀ ਸਰਕਾਰ ਬਣੀ ਆ ਉਦੋਂ ਤੋਂ ਅਕਾਲੀਆਂ ਦੇ 2 ਮੰਤਰੀ ਉਹਨਾਂ ਦੇ ਵਿੱਚ ਰਹੇ ਆ। ਹੈਲੋ ਜੀ, ਜੈ ਗੁਰਦੇਵ, ਜੈ ਪੀ ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ 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 ਜੀ, ਹੈਲੋ। ਤੁਸੀਂ ਆਪਣੀ ਭਾਈ ਸਾਹਿਬ ਟੈਲੀਵਿਜ਼ਨ ਦੀ ਆਵਾਜ਼ ਬੰਦ ਕਰਕੇ। ਜੈ ਗੁਰਦੇਵ। ਹਾਂਜੀ ਹੈਲੋ। ਹਾਂਜੀ, ਮੈਂ ਡੀਡੀ ਹੀਰ ਬੋਲਦਾ। ਹਾਂਜੀ ਹੀਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ? ਮੈਂ ਜੀ ਡੀਡੀ ਹੀਰ ਕੈਲਫੋਰਡ ਤੋਂ ਬੋਲਦਾ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਹੀਰ ਸਾਹਿਬ। ਔਰ ਤੁਹਾਨੂੰ ਮਾਰਾ ਦੋਨਾਂ ਨੂੰ ਪਹਿਲਾਂ ਸਭ ਬਹੁਤ ਪਿਆਰ ਭਰੀ ਜੈ ਭੀਮ ਤੇ ਜੈ ਗੁਰਦੇਵ। ਜੈ ਭੀਮ ਜੈ ਗੁਰਦੇਵ ਜੀ। ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਦੋਨੇ ਮਚਿਓਰ ਬੰਦੇ, ਬਾਬਾ ਸਾਹਿਬ ਦੇ ਸ਼ਰਧਾਲੂ ਅੱਜ ਇਹ ਪ੍ਰੋਗਰਾਮ ਦੇ ਰਹੇ ਹਾਂ। ਕਿਆ ਬਾਤ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਵਧਾਈ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਟਾਈਮ ਬਹੁਤ ਥੋੜਾ ਰਹਿ ਗਿਆ ਹੀਰ ਸਾਹਿਬ, ਬੋਲੋ ਜਲਦੀ ਬੋਲੋ ਥੋੜਾ ਜਿਹਾ। ਅੱਛਾ, ਗੱਲ ਇਹ ਹੈ ਵੀ ਜਿਹੜਾ ਤੁਸੀਂ ਗੱਲਾਂ ਬਾਤਾਂ ਸਾਰੀਆਂ ਕੀਤੀਆਂ, ਜਿਹੜਾ ਅੱਜ ਇੰਡੀਆ 'ਚ ਪ੍ਰੋਗਰਾਮ ਚੱਲ ਰਿਹਾ ਹੈਗਾ, ਇਹ ਬਿਲਕੁਲ ਠੀਕ ਹੈ। ਇਹ ਸਾਂਝੀ ਲੜਾਈ ਹੈ ਜੀ। ਦੂਸਰੇ ਜਿਹੜਾ ਆਪਾਂ ਵੀ, ਕਿਉਂਕਿ ਜੇ ਬਹੁਤ ਸਾਰੇ ਉਹਨੇ ਫਾਰਮਰ ਹੈ, ਉਦੋਂ ਜ਼ਿਆਦਾ ਮਜ਼ਦੂਰ ਹੈ ਜਿਹੜੇ ਅਫੈਕਟ ਹੋ ਰਹੇ ਹੈਗੇ ਆ। ਹਾਂਜੀ, ਸੋ ਬਹੁਤ ਚੰਗਾ ਤੁਸੀਂ ਪ੍ਰੋਗਰਾਮ ਦੇ ਰਹੇ ਆ। ਮੈਂ ਬਾਅਦ 'ਚ ਫੇਰ ਕਰਾਂਗਾ ਕਿਤੇ। ਮੈਂ ਬਹੁਤ ਆਭਾਰੀ ਹਾਂ ਤੁਹਾਡਾ। ਤੁਹਾਨੂੰ ਦੋਨੋਂ ਬਹੁਤ ਬਹੁਤ ਵਧਾਈ। ਥੈਂਕ ਯੂ ਜਿਹੜਾ ਨਾਮ ਡੀ ਹੀਰ ਸਾਹਿਬ, ਥੈਂਕ ਯੂ ਤੁਹਾਡੀ। ਹਾਂਜੀ ਪਿਆਰੇ ਦਰਸ਼ਕੋ, ਮੈਂ ਦੱਸ ਰਿਹਾ ਸੀਗਾ ਕਿ ਜਿਹੜਾ ਕੂੜਾ ਕਰਕਟ ਹੈ ਉਹ ਗਾਰਡਨ ਦੇ ਵਿੱਚ ਵੀ ਜੇ ਤੁਸੀਂ ਲੂੰਦੇ ਆ ਤਾਂ ਵੀ ਪੋਲਿਊਸ਼ਨ ਕੰਟਰੋਲ ਦੇ ਅੰਡਰ ਤੁਹਾਡਾ ਚਲਾਨ ਹੋ ਸਕਦਾ ਜੀ। ਹਾਂਜੀ, ਇਸ ਤੋਂ ਅੱਗੇ ਚੱਲੀਏ ਦਵਿੰਦਰ ਜੀ। ਇੱਕ ਗੱਲ ਬੜੀ ਸ਼ਰਧਾ ਬਹੁਤ ਸਾਡੇ ਦਿਲਾਂ 'ਚ। ਹਾਂਜੀ ਹਾਂ, ਅਸੀਂ ਪਸ਼ੂਆਂ ਨੂੰ ਵੀ ਕੀੜਿਆਂ ਦੇ ਪਾਉਣ ਦੇ ਉੱਤੇ ਵੀ ਤੇ ਜਾਨਵਰਾਂ ਨੂੰ ਵੀ ਉਹ ਪਾਉਂਦੇ ਆ। ਫੂਡ ਪਾਉਣਾ ਹੁੰਦਾ, ਖਾਣਾ। ਉਹਦਾ ਮਤਲਬ ਪਤਾ ਕੀ ਆ? ਹਾਂਜੀ, ਉਹ ਕਹਿੰਦੇ ਆ ਵੀ ਇਹਨਾਂ ਨੂੰ ਪਾਓ ਤਾਂ ਇਹ ਪਿੱਤਰਾਂ ਨੂੰ ਜਾਂਦਾ। ਓਕੇ। ਪਿੱਤਰ ਕੀੜੇ ਮਕੌੜਿਆਂ ਵਿੱਚ ਵੀ ਆ, ਜਾਨਵਰਾਂ 'ਚ ਵੀ ਆ। ਇਹ ਜਿਹੜੇ ਜਾਨਵਰਾਂ ਨੂੰ ਤੁਸੀਂ ਦਾਣੇ ਪਾਉਨੇ ਆ, ਕਹਿੰਦੇ ਪਿੱਤਰਾਂ ਨੂੰ ਜਾਂਦਾ। ਦੇਖੋ ਕਿੰਨੀ ਅੰਧ ਵਿਸ਼ਵਾਸੀ ਆ। ਜਿਹਦੇ ਨੂੰ ਖਿਲਾ ਦਿਆ ਕੰਮ ਤਾਂ। ਹਾਂ ਅੱਛਾ, ਹੁਣ ਕਿਉਂਕਿ ਗੱਲਾਂ ਕਿੰਨੀਆਂ ਲੱਗੇ ਸੀ ਇਹਦੇ ਉੱਤੇ। ਅੱਛਾ ਕਰਕੇ ਤੁਸੀਂ ਕਰਿਓ। ਜਿਹੜਾ ਬਰਡ ਫੂਡ ਆਪਾਂ ਕਰਦੇ ਆ, ਕਰਕੇ ਇੰਡੀਆ ਦੇ ਵਿੱਚ ਜਿਹੜਾ ਮਾਹੌਲ ਹੋ ਰਿਹਾ, ਉੱਥੇ ਤਾਂ ਬੰਦਿਆਂ ਨੂੰ ਖਾਣਾ ਨਹੀਂ ਮਿਲਦਾ ਤੇ ਉੱਥੇ ਜਾਨਵਰਾਂ ਲਈ ਬਹੁਤ ਮੁਸ਼ਕਲ ਹੁੰਦਾ। ਉੱਥੇ ਜਿਹੜਾ ਆਪਾਂ ਪਾਉਂਦੇ ਉੱਥੇ ਪਾਉਣ ਵਾਲਾ ਚੱਕੜੇ ਉਹ ਤਾਂ ਲੈ ਲੈਂਦੇ, ਉੱਥੇ ਤਾਂ ਨਿਆਣੇ ਹੱਥਾਂ ਵਿੱਚੋਂ ਵੀ ਜਾਨਵਰ ਖੋਹ ਕੇ ਲੈ ਜਾਂਦੇ ਹੈਗੇ। ਹਾਂਜੀ ਹਾਂਜੀ। ਪਰ ਜਿਹੜੀ ਗੱਲ ਇੱਥੇ ਦੀ ਹੈਗੀ ਆ, ਉਹ ਜਿਹੜੀ ਹੈਗੀ ਆ ਇੱਥੇ ਉਹਦੇ ਗੰਦ ਪੈਂਦਾ ਜਿਹੜਾ ਬਾਹਰ ਬਰਡਸ ਵਾਸਤੇ ਪਾਉਂਦੇ, ਬਰਡਸ ਉਹ ਖਾਂਦੇ ਨਹੀਂ ਹੈਗੇ। ਅੱਛਾ, ਹੋਰ ਆਪਣੇ ਜਾਦੂ ਟੂਣੇ ਅੱਜ ਕੱਲ੍ਹ ਇਹਨਾਂ ਸੀਜ਼ਨ ਦੇ ਵਿੱਚ ਟੂਣੇ ਵੀ ਬਹੁਤ ਹੁੰਦੇ ਆ। ਦੀਵਾਲੀ ਸਮਝਦੇ ਆ, ਦੀਵਾਲੀ ਵਾਲੇ ਹਿਸਾਬ ਉਹ ਸੀਜ਼ਨ ਹੋ ਜਾਂਦਾ। ਕ੍ਰਿਸਮਸ ਨੂੰ ਦੀਵਾਲੀ ਸਮਝਦੇ ਆ ਵੀ ਜਿਹੜੇ ਕਿਤੇ ਟੂਣਾ ਹੈਗਾ, ਕੋਈ ਜਿਹੜੀ ਕਰੋ ਪਈ ਹੈਗੀ ਆ, ਕੋਈ ਪੂਰੀ ਰੂਹ ਦਾ ਪਰਛਾਵਾਂ ਪਿਆ ਆ, ਉਹ ਜਿਹੜਾ ਹੈਗਾ ਉਹਦੇ ਵਾਸਤੇ ਵੀ, ਉਹਨੂੰ ਵੀ ਦੂਰ ਹਟਾਉਣ ਵਾਸਤੇ ਨਾ ਇੱਥੇ ਵੀ ਹਾਲੇ ਅੰਧ ਵਿਸ਼ਵਾਸ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਗਾ। ਹੈਲੋ ਜੀ, ਜੈ ਗੁਰਦੇਵ, ਜੈ ਪੀ ਕੌਣ ਤੇ ਕਿੱਥੋਂ ਸਾਹਿਬ ਜੀ?
हाँ जी, मैं मोहन लाल करीमपुरी कनेडा तो बोल रहा जी। करीमपुरी साहब थोड़ा स्वागत है जी कांची टीवी ਤੇ। ਪਹਿਲਾਂ ਦੋਹਾਂ ਭਰਾਵਾਂ ਨੂੰ ਜੈ ਭੀਮ ਨਮੋ ਵਧਾਏ ਜੀ। ਜੈ ਭੀਮ ਨਮੋ ਬੁੱਧਾ, ਖੁਸ਼ ਰਹੋ। ਕੀ ਕਹਿਣਾ ਚਾਹੁੰਦੇ? ਬਹੁਤ ਅੱਛਾ ਪ੍ਰੋਗਰਾਮ ਜਦ ਤੁਸੀਂ ਆਉਣੇ ਤਾਂ ਅੰਬੇਦਕਰ ਬਾਦ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਤਾਂ ਮੈਨੂੰ ਬੜਾ ਚਾਅ ਚੜ੍ਹਦਾ। ਮੈਂ ਵੀ ਚਾਹੁੰਦਾ ਕਿ ਕੋਈ ਨਾ ਕੋਈ ਤੁਹਾਡੇ ਪ੍ਰੋਗਰਾਮ ਦੇ ਵਿੱਚ ਮਾੜੀ ਮੋਟੀ ਗੱਲ ਜਾਂ ਕੋਈ ਕਵਿਤਾ ਵਗੈਰਾ ਸੁਣਾਈ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਆਉਂਦੇ ਟਾਈਮ ਬੜਾ ਥੋੜਾ ਛੇਤੀ ਕਰਿਓ। ਥੋੜਾ ਮੈਂ ਕਵਿਤਾ ਛੋਟੀ ਕਰ ਲਈ ਹੈ, ਕਵਿਤਾ ਥੋੜੀ ਬੜੀ ਸੀਗੀ, ਮੈਂ ਹੁਣ ਛੋਟੀ ਕਰ ਲਈ ਹੈ। ਅੱਛਾ ਸੁਣਾ ਦਿਓ। ਮੇਰੀ ਕਵਿਤਾ ਹੈਗੀ ਆ ਵੀ ਚਲੋ ਪਰਤ ਚਲੀਏ, ਚਲੋ ਪਰਤ ਚਲੀਏ ਜਾਤ ਪਾਤ ਦੀ ਕੁੰਜ ਨੂੰ ਲਾਹ ਕੇ, ਵਾਹ ਜੀ ਵਾਹ, ਊਚ ਨੀਚ ਦਾ ਤਾਜ ਉਤਾਰ ਕੇ ਉਸ ਤਥਾਗਤ ਬੁੱਧ ਦੇ ਸੱਚ ਵੱਲ, ਜਿੱਥੇ ਆਜ਼ਾਦੀ ਨਾਲ ਸੀ ਜੀਵਨ ਜਿਉਂਦੇ, ਆਓ ਬੁੱਧ ਦੇ ਵਿੱਚ ਸਮਾ ਜਾਈਏ, ਚਲੋ ਪਰਤ ਜਾਈਏ। ਉਸ ਸੋਨ ਸਵੇਰ ਦੇ ਵੱਲ ਜਿੱਥੇ ਨਿਰਭੈ ਬੇਗਮ ਹੋ ਸੀ ਵਸਦੇ, ਤਥਾਗਤ ਦੇ ਪੰਛੀਲ ਨੂੰ ਗਾ ਕੇ ਅਸੀਂ ਆਪਣੇ ਘਰਾਂ ਵਿੱਚ ਬੋਧੀ ਸੱਭਿਆਚਾਰ ਦੇ ਬੀਜ ਬੀਜੀਏ, ਚਲੋ ਪਰਤ ਚਲੀਏ। ਜਾਤਾਂ ਜੋੜ ਬਹੁਜਨ ਸਮਾਜ ਬਣਾਈਏ, ਬਹੁਜਨ ਹਟਾਏ ਬਹੁਜਨ ਸਿਖਾਏ ਦੀ ਸੋਚ ਬਣਾ ਕੇ, ਗੁਰੂ ਰਵਿਦਾਸ ਦਾ ਬੇਗਮਪੁਰਾ, ਨਾਨਕ ਗੁਰੂ ਦਾ ਸੱਚਖੰਡ, ਭੀਮ ਰਾਓ ਦਾ ਬੁੱਧਮਈ ਭਾਰਤ ਦੀ ਧਰਤੀ ਬਣਾਈਏ, ਚਲੋ ਪਰਤ ਚਲੀਏ। ਬਹੁਤ ਵਧੀਆ। ਤਥਾਗਤ ਦੇ ਧੰਮ ਵੱਲ ਸਭੇ ਸਾਂਝੀ ਵਾਲ ਸਦਾਇਣ, ਜਨਮ ਜਾਤ ਤੇ ਊਚ ਨੀਚ ਦਾ ਨਾ ਹੋਵੇ ਉੱਥੇ, ਨਿਰਭੈ ਜੀਵਨ ਹੋਵੇ ਉੱਥੇ, ਵਿਦਿਆ ਯੁਕਤ ਹਰ ਪ੍ਰਾਣੀ ਹੋਵੇ, ਮਾਨਸਿਕ ਕੋਈ ਬਿਮਾਰ ਨਾ ਹੋਵੇ, ਕਰੀਮਪੁਰੀ ਚਲੋ ਪਰਤ ਚਲੀਏ ਉੱਥੇ, ਬਚਪਨ ਜਵਾਨੀ ਮਰਨਾ ਨਾ ਦੁਸ਼ਵਾਰ ਹੋਵੇ ਉੱਥੇ, ਚਲੋ ਪਰਤ ਚਲੀਏ, ਚਲੋ ਪਰਤ ਚਲੀਏ। ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ ਕਰੀਮਪੁਰੀ ਜੀ। ਕਰੀਮਪੁਰੀ ਹੁਣ ਦੇਖੋ ਤਥਾਗਤ ਬੁੱਧ ਦੀ ਗੱਲ ਕੀਤੀ ਹੈਗੀ ਆ, ਗੁਰੂ ਨਾਨਕ ਦੇਵ ਜੀ ਦੀ ਕੀਤੀ ਆ, ਰਵਿਦਾਸ ਜੀ ਦੀ ਕੀਤੀ ਹੈਗੀ, ਕਿਉਂਕਿ ਉਹਨਾਂ ਨੇ ਤਾਂ ਕੀਤੀ ਹੈ ਕਿਉਂਕਿ ਤੁਸੀਂ ਟੂਣਿਆਂ ਦੀ ਕੀਤੀ ਆ। ਨਹੀਂ ਸੋ ਨਾਈਸ। ਹੁਣ ਦੇਖੋ ਟੂਣਿਆਂ ਦੀ ਆਪਾਂ ਗੱਲ ਕਰਦੇ ਹੈਗੇ, ਉਹ ਜਿਹੜੀ ਗੱਲ ਕਹਿ ਗਏ ਆ ਨਾ, ਜੇ ਉੱਥੇ ਚੱਲ ਪਾਉ ਤਾਂ ਟੂਣਿਆਂ ਤੋਂ ਬਾਹਰ ਆ ਜਾਓਗੇ। ਗੁਰੂ ਨਾਨਕ ਦੇਵ ਜੀ ਉਹਨਾਂ ਨੇ ਅੰਧ ਵਿਸ਼ਵਾਸ ਦਾ ਖੰਡਨ ਕੀਤਾ। ਇਹ ਕਹਾਵਤ ਉਹਨਾਂ ਦੀ ਜਿਹੜੀ ਹੈਗੀ ਸਾਖੀ ਮਸ਼ਹੂਰ ਹੈਗੀ ਆ ਕਿ ਉਹ ਜਦੋਂ ਪਾਣੀ ਦਿੰਦੇ ਸੀ ਸਾਰੇ ਸੂਰਜ ਨੂੰ, ਤੇ ਉਹ ਦੂਜੇ ਪਾਸੇ ਨੂੰ ਮੂੰਹ ਕਰਕੇ ਪਾਣੀ ਦੇਣ ਲੱਗ ਪਏ। ਉਹ ਕਹਿੰਦੇ ਤੁਸੀਂ ਪਾਣੀ ਕਿੱਥੇ ਦੇ ਰਹੇ ਹੋ? ਕਹਿੰਦੇ ਮੈਂ ਆਪਣੇ ਖੇਤਾਂ ਨੂੰ ਪਾਣੀ ਦਿੰਦਾ। ਬਿਲਕੁਲ ਕਹਿੰਦਾ ਤੂੰ ਕਮਲਾ ਜਿਹੜਾ ਪਾਣੀ, ਕਹਿੰਦਾ ਤੇਰੇ ਖੇਤਾਂ ਨੂੰ ਪਹੁੰਚੋ। ਉਹ ਕਹਿੰਦੇ ਉਹ ਤਾਂ ਲੱਗ ਗਈ ਆ, ਸੂਰਜ ਐਡੀ ਦੂਰ ਹੈਗਾ, ਜੇ ਸੂਰਜ ਨੂੰ ਜਾ ਸਕਦਾ ਮੇਰੇ ਖੇਤਾਂ ਨੂੰ ਵੀ ਜਾ ਹੀ ਸਕਦਾ। ਮਤਲਬ ਉਹ ਜਿਹੜੇ ਅੰਧ ਵਿਸ਼ਵਾਸ ਦਾ ਉਹਨਾਂ ਨੇ ਖੰਡਨ ਕੀਤਾ ਹੈਗਾ। ਉਹ ਤਥਾਗਤ ਬੁੱਧ ਨੇ ਕਿਹਾ ਕਿ ਜਿਹੜੇ ਇੱਥੇ ਕੋਈ ਆਤਮਾ ਨਹੀਂ ਹੈ, ਕੋਈ ਪਰਮਾਤਮਾ ਨਹੀਂ ਹੈ। ਉਹ ਤਾਂ ਬਹੁਤ ਕੁਛ ਕਿਹਾ, ਪਰ ਆਪਾਂ ਜਿੱਥੇ ਹੁਣ ਗੱਲ ਕਰਦੇ ਹੈਗੇ ਉਹਦੇ ਸੰਦਰਭ 'ਚ ਮੈਂ ਗੱਲ ਕਰਦਾ ਕਿ ਜਿਹੜਾ ਆਹ ਵਹਿਮ ਪੈਂਦੇ ਆ ਨਾ ਜੀ, ਇਹਦਾ ਜਿਹੜਾ ਮੁੱਢ ਹੈਗਾ ਉਹ ਆਤਮਾ ਵਿੱਚ ਵਿਸ਼ਵਾਸ ਕਰਨਾ ਹੈ। ਅੰਧ ਵਿਸ਼ਵਾਸ ਦਾ ਮੁੱਢ ਜਿਹੜਾ ਨਾ ਉਹ ਆਤਮਾ ਵਿੱਚ ਵਿਸ਼ਵਾਸ ਆ। ਬਿਲਕੁਲ। ਜਦੋਂ ਅਸੀਂ ਆਤਮਾ 'ਚ ਵਿਸ਼ਵਾਸ ਕਰਦੇ ਨਾ ਤਾਂ ਫਿਰ ਇਹ ਕੁਐਸਚਨ ਹੁੰਦਾ ਕਿ ਆਤਮਾ ਕਿੱਥੋਂ ਆਈ ਆ। ਫਿਰ ਪਰਮਾਤਮਾ ਦਾ ਜਨਮ ਹੁੰਦਾ ਆ। ਆਤਮਾ ਕਿੱਥੋਂ ਆਉਂਦੀ? ਪਰਮ ਆਤਮਾ ਤੋਂ। ਇੱਕ ਮਦਰਸ਼ਿਪ ਜਿਹੜਾ ਮਦਰਸ਼ਿਪ ਮੈਂ ਛੋਟੀ ਕਰ ਦੇਣੀ ਆ, ਮੁੜ ਕੇ ਆ ਜਾਓ ਤੁਸੀਂ। ਇਹਦੇ ਵਿੱਚ ਹੀ ਲਿਆਉਣ ਲੱਗਾ ਜਿਹੜਾ ਹੈਗੀ ਟੂਣੇ, ਜਿਹੜੇ ਜਾਦੂ ਟੂਣੇ ਕਰਦੇ ਆ। ਫਿਰ ਪਰਮਾਤਮਾ ਨੂੰ ਖੁਸ਼ ਕਰਨ ਲਈ ਇੱਕ ਮਿਡਲ ਵਰਗ ਬਣਦਾ ਹੈਗਾ ਜਿਹੜਾ ਵਿਚੋਲਗਿਰੀ ਕਰਦਾ, ਜਿਹਨੂੰ ਪ੍ਰੋਹਿਤ ਵਰਗ ਕਹਿੰਦੇ ਆ। ਉਹ ਕਿਸੇ ਵੀ ਧਰਮ 'ਚ ਹੋਵੇ ਉਹ ਪ੍ਰੋਹਿਤ ਵਰਗ ਆ। ਉਹ ਜਦੋਂ ਪ੍ਰੋਹਿਤ ਵਰਗ ਦਾ ਜਿਹੜਾ ਰੋਜ਼ੀ ਰੋਟੀ ਦਾ ਜਿਹੜਾ ਸੰਬੰਧ ਆ ਨਾ ਉਹਦੇ ਢਿੱਡ ਨਾਲ ਜੁੜਦਾ ਆ, ਨਾਲ ਜੁੜਿਆ ਆ, ਉਹ ਫਿਰ ਅੰਧ ਵਿਸ਼ਵਾਸ ਪੈਦਾ ਕਰਦਾ। ਫਿਰ ਉਹ ਦੱਸਦਾ ਵੀ ਆਹ ਟੂਣਾ ਤੁਸੀਂ ਏਦਾਂ ਕਰੋ, ਤੁਸੀਂ ਇੰਨਾ ਦਾਨ ਕਰੋ, ਆਹ ਚੀਜ਼ ਫਲਾਣੇ ਦਾ ਕਰੋ, ਉੱਥੇ ਸੱਟ ਕੇ ਆਓ, ਸੂਣ ਵਾਲੀ ਮੈਨੂੰ ਦੇ ਜਾਓ। ਬਸ ਉਹ ਅੰਧ ਵਿਸ਼ਵਾਸ ਸਾਰਾ ਪੈਦਾ ਕਰਕੇ ਤੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ। ਪਰ ਇੱਕ ਤੁਹਾਨੂੰ ਦੱਸਿਓ, ਉਹ ਚਾਹੇ ਕੋਈ ਡੇਰਿਆਂ ਵਾਲੇ ਹੋਣ, ਚਾਹੇ ਕਿਸੇ ਧਰਮ ਵਾਲੇ ਹੋਣ, ਚਾਹੇ ਕਿਸੇ ਵਾਲੇ ਹੋਣ, ਮਤਲਬ ਜਿਹੜਾ ਉਹ ਅੰਧ ਵਿਸ਼ਵਾਸ ਉੱਥੋਂ ਸ਼ੁਰੂ ਹੁੰਦਾ। ਆਤਮਾ 'ਚ ਵਿਸ਼ਵਾਸ, ਪਰਮਾਤਮਾ 'ਚ ਵਿਸ਼ਵਾਸ ਜਿਹੜੀ ਹੈਗੀ ਆ ਉਹ ਸਾਰੇ ਅੰਧ ਵਿਸ਼ਵਾਸਾਂ ਦੀ ਜੜ੍ਹ ਆ। ਜੇ ਅਸੀਂ ਮੰਨਦੇ ਕਿ ਹਾਂ ਵੀ ਆਤਮਾ ਪਰਮਾਤਮਾ ਹੈ, ਤਾਂ ਕੋਈ ਟੂਣਾ ਕੋਈ ਕਿਸੇ ਦਾ ਸਵਾਰ ਨਹੀਂ ਸਕਦਾ, ਕੋਈ ਕਿਸੇ ਦਾ ਵਿਗਾੜ ਨਹੀਂ ਸਕਦਾ। ਦੋ ਗੱਲਾਂ ਕਹਾਂ ਜੀ। ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਭੇਸ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼, ਲੋਕ ਕਹਿਣ ਵੀ ਇਹ ਬਾਬਾ ਆ। ਠੀਕ ਹੈ, ਇਹ ਭਗਤ ਕਬੀਰ ਦਾ ਹੈਗਾ। ਔਰ ਨਾਲ ਹੀ ਇਹ ਆ ਕਿ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਮੈਂ ਜਿਹਦਾ ਰੈਫਰੈਂਸ ਤੁਹਾਨੂੰ ਦਿੰਨਾ,
ਉਹਦੇ ਅੰਡਰ ਇੱਥੇ ਟੂਣੇ ਟਾਣੇ ਕੁਛ ਵੀ ਆ ਸਾਰਾ ਉਹਦੇ ਅੰਡਰ ਕੰਟਰੋਲ ਦੇ ਥੱਲੇ ਆ। ਉਹ ਜੋ ਵੀ ਕੋਈ ਕਰਦਾ ਤੁਸੀਂ ਕੋਰਟ 'ਚ ਲੈ ਜਾਓ। ਅੱਜ ਕੱਲ੍ਹ ਉਹ ਜਿਹੜਾ ਐਕਟ ਇਹ ਕਹਿੰਦਾ ਕਿ ਤੁਹਾਨੂੰ ਕੋਈ ਗੱਲ ਹੈਗੀ ਆ ਤੁਸੀਂ ਪ੍ਰੂਵ ਕਰੋ ਜੀ, ਰਾਈਟ। ਕਿਸੇ ਨੇ ਕਿਸੇ ਦੇ ਮਾਰਿਆ, ਜਿੱਦਾਂ ਕੋਰਟ 'ਚ ਜਾਂਦੇ ਆ ਉਹ ਕਹਿੰਦੇ ਸਾਬਤ ਕਰੋ, ਗਵਾਹ ਲਿਆਓ, ਹਾਂਜੀ, ਜਾਂ ਤੁਸੀਂ ਦਾਗ ਲੱਗਾ ਦਿਖਾਓ, ਹਾਂਜੀ। ਉਹ ਚੇਲੇ ਨੂੰ ਫੜ ਕੇ ਇੱਦਾਂ 5-6 ਸਾਲ ਹੋਏ ਆ। ਇੱਕ ਨੂੰ ਫੜਿਆ ਸੀਗਾ ਜੀ, ਉਹ ਚੈਸ਼ਾਇਰ ਦਾ ਸੀਗਾ, 7 ਸਾਲ ਦੀ ਉਹਨੂੰ ਕੈਦ ਹੋਈ ਸੀ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਸਾਡੇ ਜਿਹੜੇ ਹੈਗੇ ਵੁਲਵਰਹੈਂਪਟਨ ਦੇ, ਸੈਂਡਵੈਲ ਦੇ, ਇਹਨਾਂ ਨੇ ਰਲ ਕੇ ਉਸ ਬੰਦੇ ਨੂੰ ਫੜਿਆ ਸੀਗਾ। ਓਕੇ। ਔਰ ਉਹਨੂੰ ਫੜ ਕੇ ਜਿਹੜੇ ਚੈਸ਼ਾਇਰ ਦਾ ਸੀਗਾ ਉਹਦੇ ਘਰ 5-7 ਗੱਡੀਆਂ ਸੀਗੀਆਂ ਜਿਹੜੀਆਂ 20-20 ਹਜ਼ਾਰ ਦੀਆਂ ਸੀ ਉਸ ਟਾਈਮ ਤੇ। 7 ਸਾਲ ਦੀ ਕੈਦ ਹੋਈ ਸੀਗੀ। ਕੋਰਟ ਦੇ ਵਿੱਚ ਉਹ ਕੁਛ ਨਹੀਂ ਸਾਬਤ ਕਰ ਸਕਿਆ ਸੀਗਾ। ਸੋ ਪਿਆਰੇ ਦਰਸ਼ਕੋ, ਇੱਕ ਗੱਲ ਇਹ ਵੀ ਯਾਦ ਰੱਖਿਓ। ਔਰ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਅਖਬਾਰਾਂ ਦੇ ਵਿੱਚ, ਰੇਡੀਓ ਜਾਂ ਟੈਲੀਵਿਜ਼ਨ ਦੇ ਵਿੱਚ ਜਿੱਥੇ ਕਿਤੇ ਵੀ ਆਉਂਦਾ ਉਹਦਾ ਖੰਡਨ ਕਰੋ। ਜੇ ਦਵਿੰਦਰ ਹੋਣਾ ਦੇ ਪੇਪਰ 'ਚ ਆਉਂਦਾ ਤਾਂ ਉਹ ਪੇਪਰ ਨਾ ਖਰੀਦਿਓ, ਨਾ ਪੜ੍ਹਿਓ। ਉਹ ਪੜ੍ਹਿਆ ਨਾ, ਲੈਣਾ ਨਹੀਂ ਚਾਹੀਦਾ। ਬਿਲਕੁਲ, ਹਾਂ। ਸੋ ਨਾਲ ਹੀ ਥੈਂਕ ਯੂ ਤੁਹਾਡਾ ਇਹ ਜਿਹੜਾ ਤੁਸੀਂ ਆ ਟੂਣੇ ਟਵਾਣੇ ਦਾ ਰੇਜ਼ ਕੀਤਾ। ਉਹ ਖਾਸ ਤੌਰ 'ਤੇ ਇਹ ਮੈਂ ਮੈਂਸ਼ਨ ਕਰਦਾ ਕਿ ਕਾਲਿਆਂ ਦੇ ਵਿੱਚ ਵੀ ਆ ਉਹ ਬੂਧੂ ਐਕਟ ਕਹਿੰਦੇ ਆ, ਬੂਧੂ ਐਕਟ। ਔਰ ਉਹ ਇਹ ਆ ਕਿ ਹੁਣ ਤਾਂ ਘੱਟ ਆਇਆ, ਇਹ ਕਈ ਦਫਾ ਅਖਬਾਰਾਂ ਦੇ ਵਿੱਚ ਆਇਆ। ਬੱਚਿਆਂ ਨੂੰ ਉਹ ਜਿੱਦਾਂ ਇੰਡੀਆ ਦੇ ਵਿੱਚ ਚੇਲੇ ਹੁੰਦੇ ਆ ਨਾ, ਪੂਛੜੇਲਾਂ ਕੱਢਦੇ ਆ, ਇੱਦਾਂ ਕਰ ਕਰਕੇ ਬੱਚੇ ਜਾਂ ਇਨਸਾਨ ਵੀ ਮਾਰੇ ਉਹਨਾਂ ਨੇ। ਇਹ ਕਾਲਿਆਂ ਦੇ ਵਿੱਚ, ਇੰਡੀਆ ਵਿੱਚ ਵੀ ਬਹੁਤ ਕੁਛ ਕਰਦੇ ਆ। ਉੱਥੇ ਬਹੁਤ ਅੰਧ ਵਿਸ਼ਵਾਸ, ਚਾਹੇ ਕਿਸੇ ਬੱਚਾ ਨਹੀਂ ਹੁੰਦਾ, ਮੁੰਡਾ ਨਹੀਂ ਹੁੰਦਾ, ਉਹ ਕਿਸੇ ਹੋਰ ਦਾ ਲੈ ਕੇ ਕਤਲ ਕਰ ਦਿੰਦੇ। ਬਿਲਕੁਲ। ਦੱਸ ਦੇਵੇ ਇਹਦੇ ਨਾਲ ਨਹਾਓ, ਤੁਸੀਂ ਆਹ ਕਰੋ, ਉਹ ਕਰੋ। ਯੂਪੀ 'ਚ ਆਪਾਂ ਮੈਂਸ਼ਨ ਕੀਤਾ ਸੀ, ਇੱਕ ਕੁੜੀ ਮਾਰੀ, ਉਹਦੀ ਮਤਲਬ ਜੀਭ ਕੱਢ ਕੇ ਤਾਂ ਉਹ ਕਿਸੇ ਨੂੰ ਖਾਣ ਨੂੰ ਦੇਣੀ ਸੀ, ਕਿਸੇ ਦਾ ਬੱਚਾ ਨਹੀਂ ਹੁੰਦਾ ਸੀਗਾ। ਇਹ ਅਸਲੀਅਤ ਜਿਹੜੀ ਬਿਮਾਰੀ ਇੱਥੇ ਵੀ ਆ। ਕਈ ਵਾਰੀ ਸੁਣੀਆਂ ਗੱਲਾਂ, ਮਤਲਬ ਕਈ ਵਾਰੀ ਉਹ ਕਹਿੰਦੇ ਚੁਰਾਹੇ 'ਚ ਜਾ ਕੇ ਨਹਾਉਂਦੀਆਂ ਹੈਗੀਆਂ। ਬਿਲਕੁਲ ਕੋਈ ਇੱਦਾਂ ਦੀ ਪਤਾ ਨਹੀਂ। ਜਿਹੜਾ ਅੰਧ ਵਿਸ਼ਵਾਸ ਹੈਗਾ ਇਹ ਤੋਂ ਆਜ਼ਾਦ ਹੋਣਾ ਚਾਹੀਦਾ। ਬਿਲਕੁਲ, ਅੰਧ ਵਿਸ਼ਵਾਸ ਵਿੱਚ ਬਾਹਰ ਨਿਕਲਣਾ ਚਾਹੀਦਾ। ਇਹਦਾ ਕੋਈ ਫਾਇਦਾ ਨਹੀਂ। ਅੱਛਾ, ਨਾਲ ਹੀ 1-2 ਗੱਲਾਂ ਹੈਗੀਆਂ ਜ਼ਰੂਰੀ, 2 ਮਿੰਟ ਹੈਗੇ ਆ। ਇੱਕ ਹੈਗਾ ਕਿ ਕੁੱਤੇ ਬਾਹਰ ਲਿਜਾਣੇ, ਜਿਨ੍ਹਾਂ ਨੇ ਕੁੱਤੇ ਰੱਖੇ ਹੋ ਆ ਉਹ ਨਾਲ ਇੱਕ ਹੱਥ ਦੇ ਵਿੱਚ ਬੈਗ ਜ਼ਰੂਰ ਲਿਜਾਇਆ ਕਰੋ, ਉਹ ਵੀ ਗੈਰ ਕਾਨੂੰਨੀ ਆ। ਤੀਜੀ ਗੱਲ ਇਹ ਹੈਗੀ ਆ ਕਿ ਆਖਰੀ ਗੱਲ ਜਿਹੜੀ ਹੈਗੀ ਆ ਦਵਿੰਦਰ ਜੀ, ਜਿਹੜੇ ਘਰਾਂ ਤੋਂ ਬਾਹਰ ਜਾਂਦੇ ਹੈਗੇ ਆ, ਬਿਲਕੁਲ ਤੁਸੀਂ ਆਪਣੀ ਜਿਹੜੀ ਕਾਰ ਹੈਗੀ ਆ ਉਹਨੂੰ ਲੌਕ ਕਰਕੇ ਰੱਖੋ, ਉਹ 'ਚ ਸਮਾਨ ਨਾ ਛੱਡੋ। ਔਰ ਘਰ ਦੇ ਗੁਆਂਢੀਆਂ ਨੂੰ ਵੀ ਦੱਸ ਕੇ ਜਾਓ ਕਿ ਮੈਂ ਚੱਲਾਂ। ਪਤਾ ਕੀ ਹੁੰਦਾ ਹੈਗਾ, ਉਹ ਗੈਂਗਾਂ ਬਣਾਈਆਂ ਜਿਹੜੀ ਚੋਰੀ ਲਾਉਂਦੇ ਆ ਜੀ। ਉਹ ਇੱਕ ਇੱਥੇ ਖੜਾ ਆ, ਉਹ ਦੇਖਦਾ ਵੀ ਲੈ ਵੀ ਘਰੋਂ ਸਾਰੇ ਚਲੇ ਗਏ, ਗੁਰਦੁਆਰੇ ਚਲੇ ਗਏ, ਘਰ ਦੇ ਵਿੱਚ ਕੋਈ ਨਹੀਂ ਹੈਗਾ। ਉਹ ਉਹਨਾਂ ਦੇ ਮਗਰ ਗੱਡੀ ਲੱਗਦੀ ਆ, ਉੱਥੇ ਚਲੇ ਗਿਆ, ਉੱਥੇ ਚੱਲ ਗਏ, 3-4 ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ। ਉਹ ਜਿੱਥੇ ਜਾਂਦੇ ਆ ਉਹਨਾਂ ਦੇ ਉੱਤੇ ਨਿਗਰਾਨੀ ਰੱਖਦੇ ਆ, ਮਗਰ ਜਿਹੜੇ ਖੜੇ ਉਹ ਘਰ 'ਚ ਚੋਰੀ ਲਾ ਲੈਂਦੇ ਆ। ਠੀਕ ਹੈ ਨਾ। ਜਿਹੜੇ ਉੱਥੇ ਖੜੇ ਆ ਗੁਰਦੁਆਰੇ ਦੇ ਬਾਹਰ ਜਾਂ ਮਾਲ ਦੇ ਵਿੱਚ, ਸ਼ਾਪਿੰਗ ਸੈਂਟਰ 'ਚ, ਉਹ ਦੱਸ ਦਿੰਦੇ ਵੀ ਲੈ ਵੀ ਹੁਣ ਤੁਸੀਂ ਬਾਹਰ ਨਿਕਲ ਜਾਓ ਘਰ 'ਚੋਂ, ਉਹ ਆਉਣ ਲੱਗੇ ਆ। ਸੋ ਪਿਆਰੇ ਦਰਸ਼ਕੋ, ਇਹੋ ਜਿਹੀਆਂ ਚੋਰੀਆਂ ਬਹੁਤ ਲੱਗਦੀਆਂ ਹੈਗੀਆਂ ਔਰ ਬਿਲਕੁਲ ਸਾਨੂੰ ਖਿਆਲ ਰੱਖਣਾ ਚਾਹੀਦਾ ਹੈਗਾ। ਔਰ ਕਿਉਂਕਿ ਹੁਣ ਟਾਈਮ ਬੜਾ ਜਲਦੀ ਨਾਲ ਜਾ ਰਿਹਾ, ਤੁਸੀਂ ਕੁਝ ਕਹਿਣਾ? ਬਸ ਜੀ ਇਹੀ ਆ, ਕ੍ਰਿਸਮਸ ਦੀ ਇੱਕ ਵਾਰੀ ਫੇਰ ਵਧਾਈ ਦਿੰਦੇ ਸਾਰਿਆਂ ਨੂੰ। ਔਰ ਪੂਰਾ ਸਹਿਯੋਗ ਆ ਕਿ ਜਿਹੜਾ ਆਪਣੇ ਉੱਥੇ ਇੰਡੀਆ ਦੇ ਵਿੱਚ ਜਿਹੜੇ ਐਜੀਟੇਸ਼ਨ ਕਿਸਾਨ ਭਰਾ, ਕਿਸਾਨ ਮਜ਼ਦੂਰ ਕਰ ਰਹੇ ਆ, ਉਹਨਾਂ ਦੇ ਨਾਲ ਆ ਅਸੀਂ ਪੂਰੇ। ਔਰ ਬਾਕੀ ਸਾਰਿਆਂ ਨੂੰ ਵੀ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਬਿਲਕੁਲ। ਕ੍ਰਿਸਮਸ ਹੈਗੀ ਸਾਰਿਆਂ ਵਾਸਤੇ, ਵਧੀਆ ਦਿਨ ਚੜ੍ਹੇ, ਵਧੀਆ ਸਮਾਂ ਆਵੇ, ਨਵਾਂ ਸਾਲ ਆਉਣ ਵਾਲਾ ਉਹ ਵੀ ਸਾਰਿਆਂ ਲਈ ਸੁਖਮय ਹੋਵੇ। ਬਿਲਕੁਲ। ਹਾਂਜੀ ਪਿਆਰੇ ਦਰਸ਼ਕੋ, 20 ਸੈਕਿੰਡ ਰਹਿ ਗਏ ਹੈਗੇ। ਮੈਂ ਕਹਿਣਾ ਚਾਹੁੰਦਾ ਕਿ ਅਗਲੇ ਹਫ਼ਤੇ 24 ਤਰੀਕ ਨੂੰ ਬਾਕਸਿੰਗ ਡੇ 'ਤੇ ਵੀ ਅਸੀਂ ਕ੍ਰਿਸਮਸ ਦਾ ਪ੍ਰੋਗਰਾਮ ਲੈ ਕੇ ਆਵਾਂਗੇ ਔਰ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ। ਜਿਨ੍ਹਾਂ ਕਿ ਟੈਲੀਫੋਨ ਕਰਕੇ ਹਿੱਸਾ ਲਿਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਰ ਕਿਉਂਕਿ ਹੁਣ ਟਾਈਮ ਖਤਮ ਹੋ ਗਿਆ, ਸਾਡੇ ਵੱਲੋਂ ਜੈ ਗੁਰਦੇਵ, ਜੈ ਪੀਰ, ਥੈਂਕ ਯੂ ਵੈਰੀ ਮਚ।